ਹੈਲੋ एवरीवन ਵੈਲਕਮ ਬੈਕ ਟੂ CBL's YouTube ਚੈਨਲ। ਵੈਲ ਜਿੱਦਾਂ ਕਿ ਤੁਸੀਂ ਜਾਣਦੇ ਹੋ PCS ਐਗਜ਼ੀਕਿਊਟਿਵ ਬ੍ਰਾਂਚ ਯਾਨੀ ਕਿ ਰਜਿਸਟਰ A2 ਤੇ ਰਜਿਸਟਰ C ਦੀ ਨੋਟੀਫਿਕੇਸ਼ਨ ਆ ਚੁੱਕੀ ਹੈ ਤੇ ਅਸੀਂ ਤੁਹਾਡੇ ਵਾਸਤੇ ਆਪਣੇ YouTube ਪਲੇਟਫਾਰਮ ਤੇ ਇੱਕ ਸਪੈਸ਼ਲ ਸੀਰੀਜ਼ ਲੈ ਕੇ ਆਏ ਹਾਂ ਜਿਹਦੇ ਵਿੱਚ ਕਿ ਪ੍ਰੀਪਾਸਟ ਵਿੱਚ ਜਿੰਨੇ ਵੀ ਪੇਪਰ ਹੋਏ ਨੇ PCS ਐਗਜ਼ੀਕਿਊਟਿਵ ਬ੍ਰਾਂਚ ਤੇ ਉਹਨਾਂ ਸਾਰੇ ਪੇਪਰਸ ਨੂੰ ਆਪਾਂ ਸਬਜੈਕਟ ਵਾਈਜ਼ ਡੀਕੋਡ ਕਰ ਰਹੇ ਹਾਂ, ਡਿਸਕਸ ਕਰ ਰਹੇ ਹਾਂ। ਇਸ ਵੀਡੀਓ ਤੋਂ ਪਹਿਲਾਂ ਆਪਾਂ 2014 ਤੇ ਬਿਲਕੁਲ ਲੇਟੈਸਟ ਪੇਪਰ 2024 ਦੇ ਵਿੱਚ ਪੁੱਛੇ ਗਏ ਜੀਓਗ੍ਰਾਫੀ ਕੁਐਸਚਨਸ ਦਾ ਐਨਾਲਿਸਿਸ ਕੀਤਾ ਤੇ ਅੱਜ ਫੇਰ ਮੈਂ ਡਾਕਟਰ ਦਮਨ ਗਰੇਵਾਲ ਤੁਹਾਡੇ ਨਾਲ ਡਿਸਕਸ ਕਰਾਂਗੀ 2019 ਦਾ ਪੇਪਰ ਜਿਹਦੇ ਵਿੱਚੋਂ ਕਿ ਮੈਂ ਜੀਓਗ੍ਰਾਫੀ ਦੇ ਕੁਐਸਚਨਸ ਚੁਣ ਲਏ ਹਨ। ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਕੁਐਸਚਨਸ ਕਿਸ ਲੈਵਲ ਦੇ ਕੁਐਸਚਨਸ PPSC ਨੇ ਪੁੱਛੇ ਨੇ 2019 ਦੇ ਪੇਪਰ ਦੇ ਵਿੱਚ। ਲੈਟਸ ਬਿਗਿਨ ਦਿਸ ਵੀਡੀਓ। ਸਭ ਤੋਂ ਪਹਿਲਾਂ ਦੇਖਦੇ ਹਾਂ ਆਪਾਂ ਆਪਣਾ ਕੁਐਸਚਨ ਨੰਬਰ 1। ਵੈਲ ਇੱਕ ਟ੍ਰੈਂਡ ਤੁਹਾਨੂੰ ਦੇਖਣ ਨੂੰ ਮਿਲੇਗਾ। ਜਦੋਂ ਅਸੀਂ 2024 ਦਾ ਪੇਪਰ ਡਿਸਕਸ ਕੀਤਾ ਸੀਗਾ ਆਪਣੀ ਲਾਸਟ ਵੀਡੀਓ ਦੇ ਵਿੱਚ, ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਹਨੂੰ ਵੀ ਜ਼ਰੂਰ ਦੇਖਿਓ ਬਿਕਾਜ਼ ਉਹਦੇ ਵਿੱਚ ਬਿਲਕੁਲ ਸਾਨੂੰ ਇੱਕ ਲੇਟੈਸਟ ਟ੍ਰੈਂਡ ਤੇ ਇੱਕ ਸ਼ਿਫਟ ਦੇਖਣ ਨੂੰ ਮਿਲਿਆ ਸੀ। 2024 ਦਾ ਪੇਪਰ ਜ਼ਿਆਦਾਤਰ ਇਨਵਾਇਰਨਮੈਂਟਲ ਜੀਓਗ੍ਰਾਫੀ ਦੇ ਨਾਲ ਕੋਰਿਲੇਟ ਕਰਕੇ ਜੀਓਗ੍ਰਾਫੀ ਦੇ ਕੁਐਸਚਨਸ ਨੂੰ ਪੁੱਛਿਆ ਗਿਆ ਸੀਗਾ, ਜਦਕਿ ਜਦੋਂ ਆਪਾਂ 2014 ਦਾ ਕੁਐਸਚਨ ਕੀਤਾ ਉਹਦੇ ਵਿੱਚ ਕਾਫੀ ਸਾਰੇ ਕੁਐਸਚਨਸ ਸਾਨੂੰ ਡਾਇਰੈਕਟ ਫਿਜ਼ੀਕਲ ਜੀਓਗ੍ਰਾਫੀ ਤੋਂ ਆਂਦੇ ਹੋਏ ਵੀ ਮਿਲੇ ਸੀਗੇ ਤੇ ਮੈਪ ਬੇਸਡ ਕੁਐਸਚਨਸ ਤਾਂ ਦੋਨੋਂ ਪੇਪਰਸ ਵਿੱਚ ਹੀ ਸੀਗੇ। ਅੱਜ ਦੇ ਆਪਾਂ ਜਿਸ ਪੇਪਰ ਦਾ ਐਨਾਲਿਸਿਸ ਕਰੀਏ ਤਾਂ ਆਪਾਂ ਦੇਖਾਂਗੇ ਕਿ ਜ਼ਿਆਦਾਤਰ ਜਿਹੜੇ ਕੁਐਸਚਨਸ ਨੇ ਉਹ ਇਕਨੋਮਿਕ ਜੀਓਗ੍ਰਾਫੀ ਤੋਂ ਪੁੱਛੇ ਗਏ ਨੇ। ਵੈਲ ਇਕਨੋਮਿਕ ਜੀਓਗ੍ਰਾਫੀ ਸਾਡੀ ਜੀਓਗ੍ਰਾਫੀ ਦਾ ਉਹ ਹਿੱਸਾ ਹੈ ਜਿਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਾਡੇ ਮਿਨਰਲਸ ਰਿਸੋਰਸਸ ਕਿੱਦਾਂ ਡਿਸਟ੍ਰੀਬਿਊਟਡ ਨੇ, ਕਿਹੜੀਆਂ ਸਟੇਟਸ ਕਿਹੜੇ ਮਿਨਰਲਸ ਵਾਸਤੇ ਫੇਮਸ ਨੇ, ਕਿੱਥੋਂ ਕਿਹੜੀ ਸਟੇਟਸ ਲਾਰਜੈਸਟ ਪ੍ਰੋਡਿਊਸਰਸ ਨੇ। ਨਾਲ ਜਦੋਂ ਮਿਨਰਲਸ ਆ ਜਾਂਦੇ ਨੇ ਫਿਰ ਕਿਹੜੀਆਂ ਸਟੇਟਸ ਵਿੱਚ ਇੰਡਸਟਰੀਜ਼ ਲੱਗੀਆਂ ਹੋਈਆਂ ਨੇ, ਕਿੱਥੇ ਕਿਹੜੀ ਪਾਈਪਲਾਈਨ ਜਾਂਦੀ ਹੈ। ਤਾਂ ਜਦੋਂ ਆਪਾਂ ਇਕਨੋਮਿਕ ਪੁਆਇੰਟ ਆਫ ਪਰਸਪੈਕਟਿਵ ਤੋਂ ਇਹਨਾਂ ਸਾਰੀ ਲੋਕੇਸ਼ਨਸ ਦੀਆਂ ਗੱਲਾਂ ਕਰਦੇ ਹਾਂ, ਡਿਸਟ੍ਰੀਬਿਊਸ਼ਨ ਦੀ ਗੱਲ ਕਰਦੇ ਹਾਂ, ਉਸ ਪਾਰਟ ਨੂੰ ਅਸੀਂ ਕਹਿੰਦੇ ਹਾਂ ਇਕਨੋਮਿਕ ਜੀਓਗ੍ਰਾਫੀ। ਤੇ ਸਾਡਾ ਜਿਹੜਾ 2019 ਦਾ ਪੇਪਰ ਹੈ ਇਹਦੇ ਵਿੱਚ ਜ਼ਿਆਦਾ ਫੋਕਸ ਇਕਨੋਮਿਕ ਜੀਓਗ੍ਰਾਫੀ ਤੇ ਕੀਤਾ ਗਿਆ ਸੀ। ਚਲੋ ਪਹਿਲਾ ਕੁਐਸਚਨ ਦੇਖਦੇ ਹਾਂ। ਇਟ ਸੇਜ਼ that match the following minerals with mining areas। ਤਾਂ ਸਾਡੇ ਕੋਲ ਇੱਥੇ ਦੋ ਲਿਸਟਾਂ ਦਿੱਤੀਆਂ ਗਈਆਂ ਨੇ, ਲਿਸਟ 1 ਐਂਡ ਲਿਸਟ 2 ਤੇ ਇੱਕ ਪਾਸੇ ਸਾਨੂੰ ਮਿਨਰਲਸ ਦਿੱਤੇ ਗਏ ਨੇ ਤੇ ਦੂਜੇ ਪਾਸੇ ਮਾਈਨਿੰਗ ਏਰੀਆਜ਼ ਦੇ ਨਾਮ ਦਿੱਤੇ ਗਏ ਨੇ। ਸਾਨੂੰ ਕਿਹਾ ਗਿਆ ਹੈ ਕਿ ਇਹਨਾਂ ਨੂੰ ਮੈਚ ਕਰੋ। ਨਾ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਕੁਐਸਚਨ ਕਿਹੜੇ ਟੌਪਿਕ ਤੋਂ ਪੁੱਛਿਆ ਗਿਆ ਹੈ। ਤਾਂ ਜਦੋਂ ਵੀ ਤੁਸੀਂ ਜੀਓਗ੍ਰਾਫੀ ਪੜ੍ਹਦੇ ਹੋ, ਚਾਹੇ ਉਹ ਇੰਡੀਅਨ ਜੀਓਗ੍ਰਾਫੀ ਹੋਵੇ ਜਾਂ ਫਿਰ ਵਰਲਡ ਜੀਓਗ੍ਰਾਫੀ ਹੋਵੇ, ਅਸੀਂ ਹਮੇਸ਼ਾ ਮਿਨਰਲ ਰਿਸੋਰਸਿਸ ਦੀ ਡਿਸਟ੍ਰੀਬਿਊਸ਼ਨ ਨੂੰ ਜ਼ਰੂਰ ਸਟੱਡੀ ਕਰਦੇ ਹਾਂ। ਦਿਸ ਇਜ਼ ਰਿਗਾਰਡਿੰਗ ਦ ਮਿਨਰਲ ਰਿਸੋਰਸਿਸ ਆਫ ਇੰਡੀਆ। ਨਾਓ ਇਹ ਟੌਪਿਕ ਇੰਪੋਰਟੈਂਟ ਹੈ ਕਿਉਂਕਿ ਹਰ ਸਾਲ ਜਦੋਂ ਵੀ ਆਪਾਂ ਐਨਾਲਿਸਿਸ ਕਰਦੇ ਹਾਂ ਕੁਐਸਚਨਸ ਇੱਥੋਂ ਆਉਂਦੇ ਆ। ਕਿਉਂ ਕੁਐਸਚਨਸ ਆਉਂਦੇ ਆ? ਇਫ ਵੀ ਟਾਕ ਅਬਾਊਟ ਮਿਨਰਲਸ ਸਾਡੀ ਇੰਡਸਟਰੀਅਲ ਡਿਵੈਲਪਮੈਂਟ ਦੀ ਫਾਊਂਡੇਸ਼ਨ ਨੇ। ਜੇ ਮਿਨਰਲਸ ਹੋਣਗੇ ਤਾਂ ਹੀ ਸਾਡੇ ਕੋਲ ਰॉ ਮਟੀਰੀਅਲ ਆਏਗਾ ਤੇ ਉਹਨਾਂ ਮਿਨਰਲਸ ਨੂੰ ਯੂਜ਼ ਕਰਕੇ ਹੀ ਉਹਨੂੰ ਐਜ਼ ਅ ਰॉ ਮਟੀਰੀਅਲ ਲੈ ਕੇ ਹੀ ਸਾਡੀ ਇੰਡਸਟਰੀਅਲ ਡਿਵੈਲਪਮੈਂਟ ਹੋ ਪਾਏਗੀ। ਇਸ ਕਰਕੇ ਕਈ ਵਾਰ ਕੁਐਸਚਨਸ ਮਿਲਦੇ ਨੇ ਕਿ ਦੱਸੋ ਲਾਰਜੈਸਟ ਪ੍ਰੋਡਿਊਸਿੰਗ ਸਟੇਟ ਕਿਹੜੀ ਹੈ ਇੱਕ ਪਾਰਟਿਕੂਲਰ ਮਿਨਰਲ ਦੀ, ਮਾਈਨਿੰਗ ਏਰੀਆ ਕਿੱਥੇ ਹੈ, ਜਿੱਦਾਂ ਕਿ ਅੱਜ ਇਹ ਕੁਐਸਚਨ ਸਾਡੇ ਸਾਹਮਣੇ ਹੈ। ਮਿਨਰਲ ਬੈਲਟਸ ਉੱਤੇ ਕੁਐਸਚਨਸ ਆ ਜਾਂਦੇ ਨੇ। ਸੋ ਸਾਨੂੰ ਸਾਡੇ ਲਈ ਮਿਨਰਲਸ ਦੀ ਡਿਸਟ੍ਰੀਬਿਊਸ਼ਨ ਇੱਕ ਇੰਪੋਰਟੈਂਟ ਟੌਪਿਕ ਹੈ। ਵੈਲ ਸਭ ਤੋਂ ਪਹਿਲਾਂ ਇੱਥੇ ਸਾਨੂੰ 4 ਮਿਨਰਲਸ ਦਿੱਤੇ ਗਏ ਨੇ। 1 ਇਜ਼ ਗ੍ਰੇਫਾਈਟ, ਸੈਕੰਡ 1 ਇਜ਼ ਲੈਡ, ਥਰਡ ਇਜ਼ ਸਾਲਟ ਐਂਡ ਫੋਰਥ ਇਜ਼ ਸਿਲਵਰ। 4 ਮਿਨਰਲਸ ਦਿੱਤੇ ਗਏ ਨੇ ਤੇ ਔਨ ਦੀ ਅਦਰ ਸਾਈਡ ਸਾਡੇ ਕੋਲ ਇੱਥੇ ਮਾਈਨਿੰਗ ਏਰੀਆਜ਼ ਹੈ ਤੇ ਸਾਨੂੰ ਮੈਚ ਕਰਨਾ ਹੈ। ਠੀਕ ਹੈ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗ੍ਰੇਫਾਈਟ ਦੀ। ਪਹਿਲਾ ਮਿਨਰਲ ਕਿਹੜਾ ਦਿੱਤਾ ਗਿਆ ਹੈ ਸਾਨੂੰ? ਗ੍ਰੇਫਾਈਟ। ਵੈਰੀ ਇੰਪੋਰਟੈਂਟ। ਅੱਜ ਦੀ ਜੇ ਆਪਾਂ ਟਾਈਮ ਦੀ ਗੱਲ ਕਰੀਏ, ਗ੍ਰੇਫਾਈਟ ਇੱਕ ਬਹੁਤ ਇੰਪੋਰਟੈਂਟ ਮਿਨਰਲ ਹੈ ਤੇ ਬੇਸਿਕਲੀ ਥੋੜਾ ਜਿਹਾ ਜੇ ਆਪਾਂ ਇਹਦਾ ਸਾਇੰਟਿਫਿਕ ਪਰਸਪੈਕਟਿਵ ਵੀ ਦੇਖੀਏ ਸੋ ਇਟ ਇਜ਼ ਅ ਫਾਰਮ ਆਫ ਕਾਰਬਨ ਓਨਲੀ। ਇਹ ਕਾਰਬਨ ਦੀ ਹੀ ਇੱਕ ਫਾਰਮ ਹੈ ਜਿਹਨੂੰ ਆਪਾਂ ਕੀ ਕਹਿੰਦੇ ਆ? ਗ੍ਰੇਫਾਈਟ ਕਹਿੰਦੇ ਆ। ਇਹਦੀਆਂ ਪ੍ਰੋਪਰਟੀਜ਼ ਇਹਨੂੰ ਬਹੁਤ ਯੂਨੀਕ ਬਣਾ ਦਿੰਦੀਆਂ ਨੇ ਤੇ ਇੰਪੋਰਟੈਂਟ ਬਣਾ ਦਿੰਦੀਆਂ ਨੇ। ਸਭ ਤੋਂ ਇੰਪੋਰਟੈਂਟ ਪ੍ਰੋਪਰਟੀ ਇਹ ਹੈ ਕਿ ਕਾਫੀ ਸੌਫਟ ਹੁੰਦਾ ਹੈ।
ਸੌਫਟ ਹੋਣ ਦੇ ਨਾਲ ਇਹ ਆਪਣੇ ਅੰਦਰ ਇਲੈਕਟ੍ਰਿਸਿਟੀ ਨੂੰ ਵੀ ਕੰਡਕਟ ਕਰਦਾ ਹੈ। ਇਟ ਕੰਡਕਟਸ ਇਲੈਕਟ੍ਰਿਸਿਟੀ। ਨਾ ਜਿਹੜੀ ਇਹਦੀ ਆ ਪ੍ਰੋਪਰਟੀ ਹੈ ਨਾ, ਇਹ ਸਾਨੂੰ ਬਹੁਤ ਜ਼ਿਆਦਾ ਹੈਲਪ ਕਰਦੀ ਹੈ along with another property which is ਕਿ ਸਾਡਾ ਜੋ ਗ੍ਰੇਫਾਈਟ ਹੁੰਦਾ ਹੈ it is heat resistant। ਇਹ heat resistant ਹੁੰਦਾ ਹੈ। ਪਹਿਲਾਂ ਤਾਂ ਕੀ ਹੁੰਦਾ ਸੀ ਕਿ ਇਹਨੂੰ ਸਿੱਧਾ ਪੈਨਸਿਲ ਇੰਡਸਟਰੀ ਵਿੱਚ ਯੂਜ਼ ਕਰਦੇ ਸੀ, ਲੇਕਿਨ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਅਸੀਂ એનર્ਜੀ ਦੀ ਗੱਲ ਕਰਦੇ ਪਏ ਆ, એનર્ਜੀ ਕਲੀਨ એનર્ਜੀ ਦੀ ਗੱਲ ਕਰਦੇ ਪਏ ਆ, ਸੋ ਬੈਟਰੀਜ਼ ਦੀ ਫਾਰਮੇਸ਼ਨ ਦੇ ਵਿੱਚ ਬੈਟਰੀਜ਼ ਵਾਸਤੇ ਵੀ ਗ੍ਰੇਫਾਈਟ ਇੱਕ ਬਹੁਤ ਇੰਪੋਰਟੈਂਟ ਕੰਪੋਨੈਂਟ ਹੈ ਬਿਕਾਜ਼ ਇਹ ਇਲੈਕਟ੍ਰਿਸਿਟੀ ਕੰਡਕਟ ਕਰ ਸਕਦਾ ਹੈ ਤੇ ਹੀਟ ਰੈਜ਼ਿਸਟੈਂਟ ਵੀ ਹੈ। ਗ੍ਰੇਫਾਈਟ ਦੀ ਯੂਜ਼ੇਜ ਸਾਨੂੰ ਨਿਊਕਲੀਅਰ ਰਿਐਕਟਰਸ ਵਿੱਚ ਵੀ ਮਿਲਦੀ ਹੈ, ਬਹੁਤ ਸਾਰੇ ਲੁਬਰੀਕੈਂਟਸ ਵਾਸਤੇ ਵੀ ਗ੍ਰੇਫਾਈਟ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸੋ ਇਕਨੋਮਿਕਲੀ ਗ੍ਰੇਫਾਈਟ ਇੱਕ ਬਹੁਤ ਇੰਪੋਰਟੈਂਟ ਮਿਨਰਲ ਹੈ। ਹੁਣ ਗੱਲ ਕਰਦੇ ਹਾਂ ਕਿ ਇੰਡੀਆ ਦੇ ਵਿੱਚ ਜ਼ਿਆਦਾ ਗ੍ਰੇਫਾਈਟ ਕਿੱਥੇ ਪ੍ਰੋਡਿਊਸ ਹੁੰਦਾ ਹੈ। ਦੇਖੋ ਆਪਾਂ ਸਿਰਫ ਇਹ ਨਹੀਂ ਦੇਖਣਾ ਕਿ ਇਸ ਕੁਐਸਚਨ ਦਾ ਆਨਸਰ ਕੀ ਹੈ, ਉਹ ਤਾਂ ਫਿਰ ਬਹੁਤ ਹੀ ਸਿੰਪਲ ਹੋ ਗਿਆ ਨਾ। ਅਸੀਂ ਇਹ ਦੇਖਣਾ ਹੈ ਕਿ ਥੀਮ ਕੀ ਪੁੱਛਿਆ ਗਿਆ ਹੈ, ਤਾਂ ਕਿ ਤੁਸੀਂ ਜਦੋਂ ਇਹ ਵੀਡੀਓ ਦੇਖੋ ਤਾਂ ਤੁਹਾਡਾ ਉਹ ਥੀਮ ਵੀ ਰੈਡੀ ਹੋ ਜਾਣਾ ਚਾਹੀਦਾ ਹੈ। ਸੋ ਜਦੋਂ ਆਪਾਂ ਗ੍ਰੇਫਾਈਟ ਦੀ ਗੱਲ ਕਰਦੇ ਹਾਂ, ਇੰਡੀਆ ਵਿੱਚ ਸਭ ਤੋਂ ਜ਼ਿਆਦਾ ਲਾਰਜੈਸਟ ਪ੍ਰੋਡਿਊਸਿੰਗ ਜਿਹੜੀ ਸਟੇਟ ਹੈਗੀ ਹੈ ਗ੍ਰੇਫਾਈਟ ਦੀ ਟਰਮਸ 'ਚ, ਦੈਟ ਇਜ਼ ਉੜੀਸਾ। ਸਭ ਤੋਂ ਜ਼ਿਆਦਾ ਗ੍ਰੇਫਾਈਟ ਕਿੱਥੇ ਪ੍ਰੋਡਿਊਸ ਹੁੰਦਾ ਹੈ? ਉੜੀਸਾ 'ਚ ਪ੍ਰੋਡਿਊਸ ਹੁੰਦਾ ਹੈ, ਫੋਲੋਡ ਬਾय ਸਾਡੇ ਕੋਲ ਇਸ ਕੈਟੇਗਰੀ ਵਿੱਚ ਝਾਰਖੰਡ ਵੀ ਆ ਜਾਂਦਾ ਹੈ, ਆਂਧਰਾ ਪ੍ਰਦੇਸ਼ ਵੀ ਆ ਜਾਂਦਾ ਹੈ ਤੇ ਤਾਮਿਲਨਾਡੂ ਵੀ ਆ ਜਾਂਦਾ ਹੈ। ਬਟ ਪ੍ਰੀਡੋਮੀਨੈਂਟਲੀ ਕਿੱਥੇ ਕਿਹੜੀ ਲਾਰਜੈਸਟ ਪ੍ਰੋਡਿਊਸਿੰਗ ਸਟੇਟ ਹੈ? ਦੈਟ ਇਜ਼ ਉੜੀਸਾ। ਠੀਕ ਹੈ। ਹੁਣ ਸਾਡੇ ਕੋਲ ਜਦੋਂ ਗ੍ਰੇਫਾਈਟ ਆਪਸ਼ਨ ਦਿੱਤਾ ਗਿਆ ਤੇ ਜਦੋਂ ਆਪਾਂ ਮਾਈਨਿੰਗ ਏਰੀਆਜ਼ ਨੂੰ ਦੇਖਦੇ ਹਾਂ, ਸਾਡੇ ਕੋਲ ਕਿਹੜੇ ਮਾਈਨਿੰਗ ਏਰੀਆਜ਼ ਹੈ? ਰਾਇਚੂਰ ਦਿੱਤਾ ਗਿਆ ਹੈ, ਦਿਦਵਾਨਾ ਹੈ, ਰਾਮਪਾ ਹੈ ਤੇ ਜਵਾਰ ਹੈ। ਨਾ ਜਦੋਂ ਆਪਾਂ ਹੋਰ ਮਿਨਰਲਸ ਵੀ ਦੇਖਦੇ ਹਾਂ ਤੇ ਇੱਥੇ ਸਾਨੂੰ ਇੱਕ ਇਹੋ ਜਿਹਾ ਆਪਸ਼ਨ ਦਿਖਦਾ ਹੈ ਵਿਚ ਇਜ਼ ਰਾਮਪਾ ਰੀਜਨ ਆਂਧਰਾ ਪ੍ਰਦੇਸ਼ ਦੇ ਵਿੱਚ ਹੈ। ਆਂਧਰਾ ਪ੍ਰਦੇਸ਼ ਇਜ਼ ਵਨ ਆਫ ਦੀ ਪ੍ਰੋਡਿਊਸਿੰਗ ਏਰੀਆਜ਼, ਵਨ ਆਫ ਦ ਪ੍ਰੋਡਿਊਸਿੰਗ ਸਟੇਟਸ ਆਫ ਗ੍ਰੇਫਾਈਟ। ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜਾ ਰਾਮਪਾ ਰੀਜਨ ਹੈ ਇਟ ਇਜ਼ ਨੋਨ ਫॉर ਇਟਸ ਗ੍ਰੇਫਾਈਟ ਡਿਪੋਜ਼ਿਟਸ। ਇਸ ਕਰਕੇ ਸਾਡੇ ਲਈ ਗ੍ਰੇਫਾਈਟ ਦਾ ਆਪਸ਼ਨ ਅਸੀਂ ਕਿਹਦੇ ਨਾਲ ਮੈਚ ਕਰਾਂਗੇ? ਵੀ ਹੈਵ ਟੂ ਮੈਚ ਇਟ ਵਿਦ ਰਾਮਪਾ। ਆਂਧਰਾ ਪ੍ਰਦੇਸ਼ ਦਾ ਰਾਮਪਾ ਰੀਜਨ ਇਜ਼ ਫੇਮਸ ਫॉर ਗ੍ਰੇਫਾਈਟ ਡਿਪੋਜ਼ਿਟਸ। क्लियर होगी ये गल सानू? ठीक है। चलो हुण अगले मिनरल की गल कर लेंदे हैं विच इज लेड। नाउ लेड का इस्तेमाल भी बैटरीज की फॉर्मेशन दे विच हुंदा है, केबल्स की कवरिंग भी लेड नाल कीती जाती है। सो लेड इज ऑल्सो वेरी इंपॉर्टेंट जो आपां इहदी इलैक्ट्रिक डायमेंशनस वल नूं जानते हैं। ते लेड की जदों भी गल होवे ਤਾਂ ਸਭ ਤੋਂ ਇੰਪੋਰਟੈਂਟ ਏਰੀਆ ਆਈ ਵੁੱਡ ਸੇ ਕਿ ਵਨ ਆਫ ਦੀ ਓਲਡੈਸਟ ਲੈਡ ਮਾਈਨਿੰਗ ਏਰੀਆਜ਼ ਇਨ ਇੰਡੀਆ ਰਾਜਸਥਾਨ ਦੇ ਵਿੱਚ ਨੇ ਲੈਡ ਨੂੰ ਲੈ ਕੇ। ਔਰ ਰਾਜਸਥਾਨ ਦੇ ਵਿੱਚ ਵੀ ਜਿਹੜੀਆਂ ਜਵਾਰ ਮਾਈਨਸ ਨੇ ਦੇ ਆਰ ਫੇਮਸ ਐਂਡ ਨੋਨ ਫॉर ਲੈਡ ਪ੍ਰੋਡਕਸ਼ਨ। ਇਹ ਜਵਾਰ ਮਾਈਨਸ ਰਾਜਸਥਾਨ ਦੇ ਉਦੈਪੁਰ ਡਿਸਟ੍ਰਿਕਟ ਦੇ ਵਿੱਚ ਨੇ ਐਂਡ स्पेशली आप जो इंडिया की गल करिए, नॉट जस्ट इन इंडिया, जो आप वर्ल्ड की गल करिए, इट इज वन ऑफ द ओल्डेस्ट जिंक एंड लेड माइनिंग रीजन्स इन द वर्ल्ड। वेरी इंपॉर्टेंट। ठीक है। सो इट इज इंपॉर्टेंट। हालांकि जो आप अज के समय च गल करिए ओल्डेस्ट है कौन? साडा जवार। लेकिन अज के टाइम दे विच वर्ल्ड वन ऑफ द लार्जेस्ट जिंक माइन जिथों सानू जिंक भी मिलता है ते लेड भी मिलता है, दैट इज ऑल्सो इन राजस्थान, जिन्हों रामपुरा अगूचा माइन कहते हैं। रामपुरा अगूचा माइन इज वन ऑफ द लार्जेस्ट जिंक एंड लेड माइन्स इन राजस्थान। ते ओल्डेस्ट माइन केड़ी हैगी है? जवार माइन्स। वैल ये इन्ना इंपॉर्टेंट है बिकॉज जो तुसी अपनी एंशियंट हिस्टरी पढ़ते हो, एंशियंट हिस्टरी विच भी जो आप देखते हैं कि असी पुराने समय दे विच किहड़े मिनरल्स का इस्तेमाल कर रहे सी ते वो कित्थों कित्थों आ रहे सीगे, तो राजस्थान दी माइन्स का जिक्र उत्थे उदों भी हुंदा है। सो शायद ये क्वेश्चन तुहानूं घुमा के पूछ सकते हैं इन फ्यूचर दे कैन आस्क यू कि दसो किहड़ी स्टेट है जिहड़ी जिंक ते लेड दी प्रोडक्शन दे विच लीड करदी है। तो जदों भी जिंक या लेड दी गल आएगी तो आंसर की होएगा? राजस्थान। राजस्थान इज द मोस्ट इंपॉर्टेंट। ते ये सारे ऑप्शंस विचों सिर्फ साडे कोल जवार ही इदां दा एरिया है जो कि राजस्थान च है, फेमस है विल मार्केट जवार। अलॉन्ग विद दैट रामपा रीजन की गल करिए, रामपा कित्थे सीगा? आंध्र प्रदेश विच सीगा, रिलेटेड टू ग्रेफाइट। क्लियर हो गया? ठीक है। हुण अगला जे आपां ऑप्शन देखिए, अगला साडा मिनरल हैगा है सॉल्ट। आई थिंक सॉल्ट तो सब नूं पता हुंदा है,
ਇੰਡੀਆ ਇਜ਼ ਵਨ ਆਫ ਦ ਲੀਡਿੰਗ ਪ੍ਰੋਡਿਊਸਰਸ ਆਫ ਸਾਲਟ ਇਨ ਦ ਵਰਲਡ। ਦੁਨੀਆ ਭਰ 'ਚ ਅਸੀਂ ਅੱਛਾ ਖਾਸਾ ਸਾਲਟ ਪ੍ਰੋਡਿਊਸ ਕਰਦੇ ਹਾਂ। ਸਾਲਟ ਪ੍ਰੋਡਿਊਸ ਕਰਨ ਵਾਸਤੇ ਸਾਡੇ ਕੋਲ ਬਹੁਤ ਸਾਰੇ ਸੋਰਸਿਸ ਅਵੇਲੇਬਲ ਹੁੰਦੇ ਨੇ। ਅਸੀਂ ਕੀ ਕਰ ਸਕਦੇ ਹਾਂ, ਸਾਡੇ ਕੋਲ ਸਾਡੀ ਕਿੰਨੀ ਲੰਬੀ ਕੋਸਟ ਲਾਈਨ ਹੈ, ਅਸੀਂ ਸੀ ਵਾਟਰ ਤੋਂ ਵੀ ਜਦੋਂ ਪਾਣੀ ਇੱਕ ਵਾਰੀ ਇਵੈਪੋਰੇਟ ਹੋ ਗਿਆ ਪਿੱਛੇ ਕੀ ਰਹਿ ਜਾਏਗਾ, ਸਾਲਟ। ਤਾਂ ਸਾਨੂੰ ਪਤਾ ਹੈ ਕਿ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ ਤੇ ਜਦੋਂ ਪਾਣੀ ਇਵੈਪੋਰੇਟ ਕਰੇਗਾ ਪਿੱਛੇ ਕੀ ਬਚੇਗਾ, ਸਾਲਟ ਬਚੇਗਾ। ਸੋ ਸੀ ਵਾਟਰ ਨੂੰ ਵੀ ਅਸੀਂ ਯੂਜ਼ ਕਰ ਸਕਦੇ ਹਾਂ। ਅਲੋਂਗ ਵਿਦ ਦੈਟ ਸਾਡੇ ਕੋਲ ਰਾਜਸਥਾਨ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਲੇਕਸ ਨੇ ਜਿਹੜੀਆਂ ਜਿੱਥੇ ਕਿ ਸਾਨੂੰ ਲੇਕ ਡਿਪੋਜ਼ਿਟਸ ਵਿੱਚ ਵੀ ਸਾਲਟ ਮਿਲਦਾ ਹੈ। ਅਪਾਰਟ ਫਰਮ ਦੈਟ ਰੌਕ ਸਾਲਟ, ਤੁਸੀਂ ਸੁਣਿਆ ਹੋਗਾ ਅੱਜ ਕੱਲ ਬਹੁਤ ਕਹਿੰਦੇ ਕਿ ਰੌਕ ਸਾਲਟ ਖਾਇਆ ਕਰੋ। ਵੀ ਹੈਵ ਸਰਟਨ ਰੌਕਸ ਵਿਚ ਹੈਜ਼ ਦੀ ਸਾਲਟ, ਉੱਥੋਂ ਵੀ ਅਸੀਂ ਸਾਲਟ ਨੂੰ ਡਿਰਾਈਵ ਕਰਦੇ ਹਾਂ। ਬਟ ਇੰਡੀਆ ਵਿੱਚ ਇੱਕ ਐਸੀ ਸਟੇਟ ਹੈ which is famous for salt production, which is ਰਾਜਸਥਾਨ। ਰਾਜਸਥਾਨ 'ਚ ਨਾ ਬਹੁਤ ਸਾਰੀਆਂ ਸੈਲਾਈਨ ਲੇਕਸ ਨੇ, ਉਹਨਾਂ ਦਾ ਪਾਣੀ ਖਾਰਾ ਹੈ ਤੇ ਜਦੋਂ ਉਹ ਲੇਕਸ 'ਚੋਂ ਪਾਣੀ ਕਲੈਕਟ ਕਰਕੇ ਕੁਝ ਪਿਟਸ ਬਣਾਏ ਜਾਂਦੇ ਨੇ, ਪਾਣੀ ਨੂੰ ਇਵੈਪੋਰੇਟ ਕਰ ਦਿੱਤਾ ਜਾਂਦਾ ਹੈ ਤੇ ਪਿੱਛੇ ਕੀ ਬਚਦਾ ਹੈ, ਸਾਲਟ ਬਚਦਾ ਹੈ। ਸੋ ਇਸ ਕਰਕੇ ਰਾਜਸਥਾਨ ਇੰਡੀਆ ਦੇ ਵਿੱਚ ਬਹੁਤ ਫੇਮਸ ਹੈ ਆਪਣੀਆਂ ਸੈਲਾਈਨ ਲੇਕਸ ਵਾਸਤੇ ਤੇ ਸੈਲਾਈਨ ਲੇਕਸ 'ਚੋਂ ਆਉਣ ਵਾਲੇ ਸਾਲਟ ਵਾਸਤੇ। ਠੀਕ ਹੈ, ਤਾਂ ਇੰਨੀ ਇਨਫੋਰਮੇਸ਼ਨ ਵੀ ਜੇ ਸਾਨੂੰ ਪਤਾ ਹੈ ਤੇ ਹੁਣ ਜੇ ਆਪਾਂ ਆਪਸ਼ਨਸ ਦੇਖੀਏ ਤਾਂ ਦੋ ਹੀ ਆਪਸ਼ਨਸ ਬਚਦੇ ਨੇ, ਇੱਕ ਹੈ ਰਾਇਚੂਰ ਤੇ ਇੱਕ ਹੈ ਸਾਡਾ ਦਿਦਵਾਨਾ। ਸੋ ਦਿਦਵਾਨਾ ਇਜ਼ ਇੰਪੋਰਟੈਂਟ। ਦਿਦਵਾਨਾ ਬੇਸਿਕਲੀ ਇੱਕ ਲੇਕ ਹੈ। ਦਿਸ ਇਜ਼ ਆਲਸੋ ਅ ਲੇਕ ਜੋ ਕਿ ਕਿੱਥੇ ਲੋਕੇਟਡ ਹੈ, ਰਾਜਸਥਾਨ ਵਿੱਚ ਲੋਕੇਟਡ ਹੈ। ਇਨਲੈਂਡ ਲੇਕ ਹੈ, ਸਾਲਟੀ ਵਾਟਰ ਇੱਥੇ ਤੁਹਾਨੂੰ ਮਿਲਦਾ ਹੈ ਤੇ ਇੱਥੋਂ ਸਾਨੂੰ ਜਦੋਂ ਇਸ ਪ੍ਰੋਸੈਸ ਦੇ ਨਾਲ, ਰਿਫਾਈਨਿੰਗ ਪ੍ਰੋਸੈਸ ਦੇ ਨਾਲ ਇਵੈਪੋਰੇਟ ਕਰਕੇ ਦਿਦਵਾਨਾ ਲੇਕ ਤੋਂ ਵੀ ਸਾਲਟ ਪ੍ਰੋਡਿਊਸ ਕੀਤਾ ਜਾਂਦਾ ਹੈ। ਰਾਜਸਥਾਨ ਦੇ ਵਿੱਚ ਹੋਰ ਵੀ ਬਹੁਤ ਸੇ ਇੰਪੋਰਟੈਂਟ ਲੇਕਸ ਨੇ, ਜਿੱਦਾਂ ਸਾਂਬਰ ਲੇਕ, ਉੱਥੋਂ ਵੀ ਸਾਲਟ ਪ੍ਰੋਡਿਊਸ ਕੀਤਾ ਜਾਂਦਾ ਹੈ। ਠੀਕ ਹੈ, ਸੋ ਸਾਂਬਰ ਲੇਕ ਇਜ਼ ਫੇਮਸ। ਆਪਸ਼ਨ 'ਚ ਕੀ ਦਿੱਤਾ ਹੈ, ਦਿਦਵਾਨਾ, ਐਂਡ ਦਿਦਵਾਨਾ ਇਜ਼ ਆਲਸੋ ਅ ਲੇਕ ਲੋਕੇਟਡ ਇਨ ਰਾਜਸਥਾਨ। ਸੋ ਸਾਲਟ ਨੂੰ ਅਸੀਂ ਮੈਚ ਕਰਾਂਗੇ ਕਿਹਦੇ ਨਾਲ, ਦਿਦਵਾਨਾ ਦੇ ਨਾਲ, ਆਪਸ਼ਨ 2 ਦੇ ਨਾਲ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਲਾਸਟ ਸਾਡੇ ਕੋਲ ਜਿਹੜਾ ਮਿਨਰਲ ਬਚਿਆ, ਹਾਲਾਂਕਿ ਤੁਹਾਨੂੰ ਦੇਖ ਕੇ ਪਤਾ ਲੱਗ ਹੀ ਰਿਹਾ ਹੈ ਕਿ ਇਹਦਾ ਆਨਸਰ ਕੀ ਹੋਏਗਾ, ਰਾਇਚੂਰ ਹੋਏਗਾ, ਬਟ that is not our objective। ਸਾਡਾ ਆਬਜੈਕਟਿਵ ਹੈ ਕਿ ਇਸ ਕੁਐਸਚਨ ਨੂੰ ਆਪਾਂ ਡੀਕੋਡ ਕਰੀਏ, ਸਮਝੀਏ, ਤਾਂ ਕਿ ਜੇ ਫਿਊਚਰ ਵਿੱਚ ਕੁਝ ਵੀ ਇਸ ਤੋਂ ਡਿਰਾਈਵ ਹੁੰਦਾ ਹੈ we are able to answer it। ਠੀਕ ਹੈ, ਸੋ ਲਾਸਟ ਆਪਸ਼ਨ ਹੈਗਾ ਸਿਲਵਰ। ਹੁਣ ਸਿਲਵਰ ਦੀ ਜੇ ਆਪਾਂ ਗੱਲ ਕਰੀਏ, ਸਿਲਵਰ ਇਜ਼ ਰਿਲੇਟਡ ਟੂ ਰਾਇਚੂਰ। ਪਹਿਲੀ ਗੱਲ, ਰਾਇਚੂਰ ਕਿੱਥੇ ਹੈ, ਰਾਇਚੂਰ ਹੈਗਾ ਹੈ ਕਰਨਾਟਕਾ ਦੇ ਵਿੱਚ। ਕਿੱਥੇ ਹੈ, ਕਰਨਾਟਕਾ ਦੇ ਵਿੱਚ। ਤੇ ਇੱਥੇ ਸਾਡੇ ਕੋਲ ਕੁਝ ਸਿਲਵਰ ਬੇਅਰਿੰਗ ਓਰਸ ਪ੍ਰੈਜ਼ੈਂਟ ਨੇ। ਸਿਲਵਰ ਦਾ ਇਸਤੇਮਾਲ ਜੁਐਲਰੀ ਮੇਕਿੰਗ ਵਿੱਚ ਹੁੰਦਾ ਹੈ, ਇਲੈਕਟ੍ਰੋਨਿਕਸ ਵਿੱਚ ਹੁੰਦਾ ਹੈ, ਸੋਲਰ ਪੈਨਲਸ ਦੀ ਡਿਵੈਲਪਮੈਂਟ ਦੇ ਵਿੱਚ ਵੀ ਸਿਲਵਰ ਦਾ ਇਸਤੇਮਾਲ ਹੁੰਦਾ ਹੈ। ਹਾਲਾਂਕਿ ਸਾਨੂੰ ਜੋ ਆਪਸ਼ਨ ਦਿੱਤਾ ਹੈ ਰਾਇਚੂਰ ਦਾ, ਉਹ ਕਰਨਾਟਕਾ ਦੇ ਵਿੱਚ ਹੈ, ਸਾਨੂੰ ਮੈਚ ਕਰਨਾ ਪਏਗਾ। ਲੇਕਿਨ ਤੁਹਾਨੂੰ ਜੇ ਇਨ ਫਿਊਚਰ ਕਦੇ ਕੋਈ ਪੁੱਛ ਲੈਂਦਾ ਹੈ ਕਿ ਲਾਰਜੈਸਟ ਸਿਲਵਰ ਪ੍ਰੋਡਿਊਸਿੰਗ ਸਟੇਟ ਕਿਹੜੀ ਹੈ ਇੰਡੀਆ ਦੇ ਵਿੱਚ, ਸਭ ਤੋਂ ਜ਼ਿਆਦਾ ਸਿਲਵਰ ਕਿਹੜੀ ਸਟੇਟ ਪ੍ਰੋਡਿਊਸ ਕਰਦੀ ਹੈ, ਦੈਨ ਅਗੇਨ ਦੀ ਆਨਸਰ ਵੁੱਡ ਬੀ ਰਾਜਸਥਾਨ। ਕਿਉਂ? ਕਿਉਂਕਿ ਅਸੀਂ ਦੇਖੋ ਪਹਿਲਾਂ ਰਾਜਸਥਾਨ ਦੀ ਗੱਲ ਕੀਤੀ, ਕਦੋਂ ਗੱਲ ਕੀਤੀ, ਜਦੋਂ ਆਪਾਂ ਲੈਡ ਦੀ ਗੱਲ ਕੀਤੀ। ਲੈਡ ਦੇ ਨਾਲ ਹੀ ਮੈਂ ਤੁਹਾਨੂੰ ਕਿਹਾ ਕਿ ਸਾਡੇ ਕੋਲ ਲੈਡ ਤੇ ਜ਼ਿੰਕ ਓਰਸ ਪ੍ਰੈਜ਼ੈਂਟ ਹੁੰਦੀਆਂ ਨੇ। ਲੈਡ ਨਿਕਲਦਾ ਹੈ ਤੇ ਨਾਲ ਜ਼ਿੰਕ ਵੀ ਆਉਂਦਾ ਹੈ ਤੇ ਸਿਲਵਰ ਵੀ ਇੱਥੋਂ ਹੀ ਐਕਸਟ੍ਰੈਕਟ ਹੁੰਦਾ ਹੈ। ਸਿਲਵਰ ਆਲਸੋ ਅਕਰਸ ਅਲੋਂਗ ਦ ਲੈਡ ਐਂਡ ਜ਼ਿੰਕ ਓਰਸ। ਇਸ ਕਰਕੇ ਜਿੱਦਾਂ ਆਪਾਂ ਲੈਡ ਔਰ ਜ਼ਿੰਕ ਦੀ ਗੱਲ ਕੀਤੀ ਸੀ, ਜਦੋਂ ਵੀ ਸਿਲਵਰ ਦੀ ਗੱਲ ਹੋਏਗੀ, ਸਿਲਵਰ ਵੀ ਕਿੱਥੋਂ ਰਿਲੇਟ ਹੋਏਗਾ, ਰਾਜਸਥਾਨ ਤੋਂ। ਰਾਜਸਥਾਨ ਇਜ਼ ਦੀ ਲਾਰਜੈਸਟ ਸਿਲਵਰ ਪ੍ਰੋਡਿਊਸਿੰਗ ਸਟੇਟ ਆਫ ਇੰਡੀਆ। ਹਾਲਾਂਕਿ ਜੋ ਸਾਨੂੰ ਇੱਥੇ ਆਪਸ਼ਨ ਦਿੱਤਾ ਗਿਆ ਹੈ ਉਹਦੇ ਵਿੱਚ ਰਾਜਸਥਾਨ ਦਾ ਆਪਸ਼ਨ ਅਸੀਂ ਸਾਲਟ ਨਾਲ ਮੈਚ ਕਰਤਾ, ਬਿਕਾਜ਼ ਰਾਇਚੂਰ ਵਿੱਚੋਂ ਸਾਲਟ ਨਹੀਂ ਸਾਨੂੰ ਮਿਲਦਾ। ਰਾਇਚੂਰ ਵਿੱਚ ਵੀ ਕੁਝ ਸਿਲਵਰ ਮਾਈਨਸ ਹੈਗੀਆਂ ਨੇ, ਇਸ ਕਰਕੇ ਅਸੀਂ ਸਿਲਵਰ ਨੂੰ ਮਾਰਕ ਕਰਾਂਗੇ ਕਿਹਦੇ ਨਾਲ, ਸਾਡੇ ਰਾਇਚੂਰ ਦੇ ਨਾਲ। ਤਾਂ ਜਦੋਂ ਵੀ ਇਹ ਮੈਚਿੰਗ ਦਾ ਕੁਐਸਚਨ ਆਂਦਾ ਹੈ, ਇਟ ਗੈਟਸ ਵੈਰੀ ਇੰਪੋਰਟੈਂਟ ਕਿ ਆਪਾਂ ਹਰ ਇੱਕ ਪੋਸਿਬਿਲਿਟੀ ਨੂੰ, ਹਰ ਇੱਕ ਆਪਸ਼ਨ ਨੂੰ ਇੱਕ ਵਾਰੀ ਦੇਖੀਏ। ਪਹਿਲਾਂ ਹੀ ਨਾ ਕਰ ਦਈਏ ਕਿ ਓਕੇ ਸਿਲਵਰ ਤਾਂ ਇਹਨੂੰ ਆਪਾਂ ਮਾਰਕ ਕਰ ਦਈਏ ਦਿਦਵਾਨਾ ਦੇ ਨਾਲ। ਨੋ, ਸਿਲਵਰ, ਦਿਦਵਾਨਾ ਇਜ਼ ਅ ਲੇਕ। ਦਿਦਵਾਨਾ ਚੋਂ ਸਾਡੇ ਕੋਲ ਵਾਟਰ ਮਿਲਦਾ ਹੈ, ਵਾਟਰ ਤੋਂ ਇਵੈਪੋਰੇਟ ਕਰਕੇ ਆਪਾਂ ਸਾਲਟ ਬਣਾਉਂਦੇ ਹਾਂ।
क्लीयर एवरीवन। सो दिस इज समथिंग इंपॉर्टेंट, बहुत इंपॉर्टेंट टॉपिक है। देखो इत्थों ਤੁਹਾਨੂੰ ਕੀ ਪਤਾ ਲੱਗਦਾ ਹੈ ਕਿ ਹੁਣ ਜਦੋਂ ਤੁਸੀਂ ਆਪਣੀ ਤਿਆਰੀ ਕਰਨੀ ਹੈ, ਜਦੋਂ ਵੀ ਮਿਨਰਲਸ ਦੀ ਟੌਪਿਕ ਆਏਗਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਲਾਰਜੈਸਟ ਪ੍ਰੋਡਿਊਸਰ ਕੌਣ ਹੈ, ਕਿਹੜੀ ਇੰਪੋਰਟੈਂਟ ਮਾਈਨਿੰਗ ਏਰੀਆਜ਼ ਜਿਹੜੇ ਨੇ ਉਹ ਇਸ ਪਾਰਟਿਕੂਲਰ ਮਿਨਰਲ ਲਈ ਫੇਮਸ ਨੇ। ਦਿਸ ਇਜ਼ ਸਮਥਿੰਗ ਦੈਟ ਯੂ ਨੀਡ ਟੂ ਟੇਕ ਅਵੇ। ਕਲੀਅਰ ਹੋ ਗਿਆ? ਚਲੋ ਅੱਗੇ ਚੱਲਦੇ ਹਾਂ ਕੁਐਸਚਨ ਨੰਬਰ 2 ਤੇ। ਹੁਣ ਕੁਐਸਚਨ ਨੰਬਰ 2 ਵੀ ਫਿਰ ਤੋਂ ਇਕਨੋਮਿਕ ਜੀਓਗ੍ਰਾਫੀ ਤੋਂ ਹੀ ਰਿਲੇਟਡ ਹੈ। ਇਹਦੇ ਵਿੱਚ ਸਾਡੀ ਕੰਟਰੀ ਦੀ ਇੰਡਸਟਰੀਜ਼ ਦੀ ਨੌਲੇਜ ਤੁਹਾਨੂੰ ਕਿੰਨੀ ਹੈ ਇਹ ਚੈੱਕ ਕੀਤਾ ਜਾ ਰਿਹਾ। ਕੀ ਕੀਤਾ ਹੈ? 2 ਲਿਸਟ ਦਿੱਤੀਆਂ ਨੇ। ਪਹਿਲੀ ਲਿਸਟ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਇੰਡਸਟਰੀਜ਼ ਦੇ ਨਾਮ ਦਿੱਤੇ ਨੇ, ਸਿਲਕ ਇੰਡਸਟਰੀ, ਪੈਟਰੋਕੈਮੀਕਲ ਇੰਡਸਟਰੀ, ਫਰਟੀਲਾਈਜ਼ਰ ਇੰਡਸਟਰੀ ਐਂਡ ਫਾਰਮਾਸਿਊਟੀਕਲ ਇੰਡਸਟਰੀਜ਼। ਤੇ ਦੂਸਰੀ ਤਰਫ ਫੇਮਸ ਏਰੀਆਜ਼ ਦਿੱਤੇ ਗਏ ਨੇ ਤੇ ਕਿਹਾ ਹੈ ਕਿ ਮੈਚ ਕਰੋ ਕਿਹੜੀ ਇੰਡਸਟਰੀ ਕਿਹੜੇ ਸੈਂਟਰ ਦੇ ਨਾਲ ਰਿਲੇਟਡ ਹੈ। ਠੀਕ ਹੈ ਜੀ। ਸੋ ਕਿਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ? ਇੰਡਸਟਰੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾ ਆਪਸ਼ਨ ਆਪਾਂ ਇੱਥੇ ਐਕਸਪਲੋਰ ਕਰਦੇ ਹਾਂ ਵਿਚ ਇਜ਼ ਸਿਲਕ। ਨਾ ਜਦੋਂ ਵੀ ਸਿਲਕ ਦੀ ਗੱਲ ਹੁੰਦੀ ਹੈ ਨਾ, ਸਿਲਕ ਦੇ ਨਾਲ ਹਮੇਸ਼ਾ ਆਪਾਂ ਸਾਊਥ ਇੰਡੀਆ ਬਾਰੇ ਵੀ, ਹਾਲਾਂਕਿ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਏਰੀਆ, ਬਟ ਸਿਲਕ ਇਜ਼ ਪ੍ਰੀਡੋਮੀਨੈਂਟਲੀ very easily found in South India and that too in Karnataka. Karnataka is important for silk. ਕਿਉਂ? ਕਿਉਂਕਿ ਸਿਲਕ ਬਣਾਉਣ ਵਾਸਤੇ ਜਿਹੜੀ ਸਾਨੂੰ ਮਲਬੈਰੀ ਦੀ ਲੋੜ ਹੁੰਦੀ ਹੈ, ਮਲਬੈਰੀ ਕਲਟੀਵੇਸ਼ਨ ਦੇ ਕੰਡੀਸ਼ਨਸ ਬਹੁਤ ਫੇਵਰੇਬਲ ਨੇ, ਬਹੁਤ ਪ੍ਰੀਡੋਮੀਨੈਂਟਲੀ ਅਵੇਲੇਬਲ ਨੇ। ਕਿੱਥੇ? ਕਰਨਾਟਕਾ ਦੇ ਵਿੱਚ। ਮਲਬੈਰੀ ਕਲਟੀਵੇਸ਼ਨ ਕਰਨਾਟਕਾ ਦੇ ਵਿੱਚ ਹੁੰਦੀ ਹੈ। ਉੱਥੇ ਸਕਿਲਡ ਲੇਬਰ ਵੀ ਪ੍ਰੈਜ਼ੈਂਟ ਹੈ ਵਿਚ ਨੋਜ਼ ਐਗਜ਼ੈਕਟਲੀ ਟੂ ਮੇਕ ਦੈਟ ਮਲਬਰੀ ਸਿਲਕ। ਇਸ ਕਰਕੇ ਕਰਨਾਟਕਾ ਆਪਣੀ ਮਲਬੈਰੀ ਸਿਲਕ ਲਈ ਜਾਣਿਆ ਜਾਂਦਾ ਹੈ। ਫਾਈਨ एवरीवन। ਹੋਰ ਵੀ ਬਹੁਤ ਸਾਰੇ ਸਿਲਕ ਸੈਂਟਰਸ ਹੈ, ਜਿੱਦਾਂ ਮਾਈਸੂਰ ਹੈ, ਬੈਂਗਲੌਰ ਹੈ, ਰਾਮਾਨਗਰਾ ਹੈ। ਇਹ ਕੁਝ ਇੰਪੋਰਟੈਂਟ ਸਿਲਕ ਸੈਂਟਰਸ ਨੇ ਕਰਨਾਟਕਾ ਦੇ, ਬਟ ਸਾਡੇ ਕੋਲ ਆਪਸ਼ਨ ਦੇ ਵਿੱਚ ਇੱਥੇ ਇੱਕੋ ਹੀ ਆਇਆ ਹੈ, ਮਾਈਸੂਰ। ਮਾਈਸੂਰ ਦੀ ਸਾੜੀ ਉਦੋਂ ਵੀ ਬਹੁਤ ਫੇਮਸ ਹੈ। ਵਾਈ? ਕਿਉਂਕਿ ਇੱਥੇ ਸਿਲਕ ਦੀ ਸਾੜੀ ਮਿਲਦੀ ਹੈ, ਮਲਬਰੀ ਸਿਲਕ ਸਾੜੀ ਮਿਲਦੀ ਹੈ। ਤਾਂ ਜਦੋਂ ਵੀ ਸਿਲਕ ਦੀ ਗੱਲ ਹੋਏਗੀ, ਮਲਬਰੀ ਸਿਲਕ ਦੀ ਗੱਲ ਹੋਏਗੀ, ਕਰਨਾਟਕਾ ਬਾਰੇ ਸੋਚਾਂਗੇ। ਵੈਸੇ ਵੀ ਜੇ ਤੁਹਾਨੂੰ ਐਗਜ਼ਾਮੀਨਰ ਕਦੇ ਇਹ ਪੁੱਛ ਲੇ ਕਿ ਇੰਡੀਆ ਵਿੱਚ ਸਭ ਤੋਂ ਜ਼ਿਆਦਾ ਸਿਲਕ ਪ੍ਰੋਡਕਸ਼ਨ ਕਿੱਥੇ ਹੁੰਦੀ ਹੈ, ਵਿਚ ਸਟੇਟ ਲੀਡਸ ਇਨ ਸਿਲਕ ਪ੍ਰੋਡਕਸ਼ਨ, ਇਵਨ ਦੈਨ ਦੀ ਆਨਸਰ ਇਜ਼ ਕਰਨਾਟਕਾ। ਤੇ ਕਰਨਾਟਕਾ ਦਾ ਸਾਡੇ ਕੋਲ ਇੱਥੇ ਇੱਕ ਆਪਸ਼ਨ ਹੈ ਮਾਈਸੂਰ, ਤੇ ਅਸੀਂ ਮਾਰਕ ਕਰਾਂਗੇ ਸਿਲਕ ਇੰਡਸਟਰੀ ਨੂੰ ਮਾਈਸੂਰ ਦੇ ਨਾਲ। ਕਲੀਅਰ एवरीवन? ਠੀਕ ਹੋ ਗਿਆ। ਚਲੋ ਅਗਲਾ ਦੇਖਦੇ ਹਾਂ। ਸਾਡੀ ਜਿਹੜੀ ਨੈਕਸਟ ਇੰਡਸਟਰੀ ਹੈ ਦੈਟ ਇਜ਼ ਪੈਟਰੋਕੈਮੀਕਲਸ। ਪੈਟਰੋਕੈਮੀਕਲਸ ਵੈਰੀ ਇੰਪੋਰਟੈਂਟ ਇੰਡਸਟਰੀ, ਵੈਰੀ ਇੰਪੋਰਟੈਂਟ। ਪੈਟਰੋਕੈਮੀਕਲਸ ਦੇ ਵਿੱਚ ਸਾਨੂੰ ਰॉ ਮਟੀਰੀਅਲਸ ਚਾਹੀਦੇ ਨੇ, ਨਾਮ ਹੀ ਦੱਸ ਰਿਹਾ ਪੈਟਰੋਕੈਮੀਕਲਸ। ਇਹਦੇ ਵਾਸਤੇ ਜਿਹੜੀ ਰॉ ਮਟੀਰੀਅਲਸ ਦੀ ਲੋੜ ਹੁੰਦੀ ਹੈ ਦੈਟ ਇਜ਼ ਪੈਟਰੋਲੀਅਮ। ਪੈਟਰੋਲੀਅਮ ਚਾਹੀਦਾ ਹੁੰਦਾ ਹੈ ਤੇ ਨੈਚੁਰਲ ਗੈਸ ਚਾਹੀਦੀ ਹੁੰਦੀ ਹੈ। ਤੇ ਇੱਥੋਂ ਪੈਟਰੋਕੈਮੀਕਲ ਇੰਡਸਟਰੀਜ਼ ਕੀ ਕਰਦੀਆਂ ਨੇ? ਪੈਟਰੋਲੀਅਮ ਔਰ ਨੈਚੁਰਲ ਗੈਸ ਦੇ ਯੂਜ਼ ਦੇ ਨਾਲ ਪਲਾਸਟਿਕਸ ਬਣਾਉਂਦੀਆਂ ਨੇ, ਸਿੰਥੈਟਿਕ ਫਾਈਬਰਸ ਬਣਾਉਂਦੇ ਨੇ, ਰਬਰ ਬਣਾਉਂਦੇ ਨੇ, ਡਿਟਰਜੈਂਟ ਬਣਾਉਂਦੇ ਨੇ। ਤਾਂ ਇਹ ਹੁੰਦੀਆਂ ਨੇ ਪੈਟਰੋਕੈਮੀਕਲ ਇੰਡਸਟਰੀਜ਼। ਜਿਹੜੀਆਂ ਅੱਜ ਦੀਆਂ ਸਾਡੀਆਂ ਜਿੰਨੀਆਂ ਵੀ ਮਾਡਰਨ ਮੈਨੂਫੈਕਚਰਿੰਗ ਹੈਗੀ ਹੈ, ਇਟ ਡਿਪੈਂਡਸ ਅਪਨ ਪੈਟਰੋਕੈਮੀਕਲਸ। ਤੇ ਪੈਟਰੋਕੈਮੀਕਲਸ ਦੇ ਲਈ ਜੋ ਫੇਮਸ ਸੈਂਟਰ ਹੈ ਇੰਡੀਆ ਦੇ ਵਿੱਚ ਦੈਟ ਇਜ਼ ਜਵਾਹਰ ਨਗਰ। ਇਸ ਕਰਕੇ ਪੈਟਰੋਕੈਮੀਕਲ ਇੰਡਸਟਰੀਜ਼ ਨੂੰ ਆਪਾਂ ਕਿਹਦੇ ਨਾਲ ਮੈਚ ਕਰਾਂਗੇ? ਜਵਾਹਰ ਨਗਰ ਦੇ ਨਾਲ ਮੈਚ ਕਰਾਂਗੇ। ਠੀਕ ਹੋ ਗਿਆ। ਚਲੋ ਅਗਲਾ ਆਪਸ਼ਨ ਦੇਖਦੇ ਹਾਂ। ਨੈਕਸਟ ਸਾਡੇ ਕੋਲ ਆ ਜਾਂਦੀ ਹੈ ਫਰਟੀਲਾਈਜ਼ਰ ਇੰਡਸਟਰੀ। ਫਰਟੀਲਾਈਜ਼ਰ ਨਾ, ਫਰਟੀਲਾਈਜ਼ਰ ਇੰਡਸਟਰੀ ਸਾਡੀ ਜਦੋਂ ਆਪਾਂ ਆਪਸ਼ਨਸ ਦੇਖਦੇ ਹਾਂ, 2 ਆਪਸ਼ਨਸ ਨੇ, ਇੱਕ ਹੈ ਤਾਲਚੇਰ ਤੇ ਇੱਕ ਹੈ ਰਿਸ਼ੀਕੇਸ਼। ਸਾਡੇ ਕੋਲ ਫਰਟੀਲਾਈਜ਼ਰ ਇੰਡਸਟਰੀ ਇਜ਼ ਅ ਫੀਚਰ ਔਰ ਅ ਨੋਨ ਏਰੀਆ ਇਜ਼ ਤਾਲਚੇਰ। ਤਾਲਚੇਰ ਇਜ਼ ਫੇਮਸ ਫॉर ਫਰਟੀਲਾਈਜ਼ਰ ਇੰਡਸਟਰੀ। ਨਾ ਤਾਲਚੇਰ ਕਿੱਥੇ ਹੈਗਾ? ਤਾਲਚੇਰ ਇਜ਼ ਲੋਕੇਟਡ ਇਨ ਉੜੀਸਾ। ਵੇਅਰ ਇਜ਼ ਇਟ? ਇਟ ਇਜ਼ ਇਨ ਉੜੀਸਾ। ਠੀਕ ਹੈ ਜੀ। ਇਟ ਇਜ਼ ਵੈਰੀ ਇੰਪੋਰਟੈਂਟ। ਇੱਥੇ ਕੀ ਹੈ? ਤਾਲਚੇਰ ਦੇ ਵਿੱਚ ਉੜੀਸਾ ਦਾ ਜਿਹੜਾ ਏਰੀਆ ਹੈ, ਇੱਥੇ ਤੁਹਾਨੂੰ ਕੋਲ ਵੀ ਮਿਲ ਜਾਂਦਾ ਹੈ, एनर्जी भी मिल जाती है तो ट्रांसपोर्टेशन भी इत्थे बहुत अच्छी है, जिस करके फर्टिलाइजर वर्गी हैवी इंडस्ट्री कित्थे लगती है उड़ीसा दे तालचेर विच है तो इट इज़ वेरी फेमस। इस करके असीं फर्टिलाइजर नूं किहदे नाल मैच करांगे, तालचेर दे नाल मैच करांगे। आखिरी विच आंदी है फार्मास्यूटिकल इंडस्ट्री। नाउ फार्मा इंडस्ट्री इज वेरी इंपॉर्टेंट। इंडिया नूं कहा जाता है फार्मेसी ऑफ द वर्ल्ड। इंडिया इज नोन एज
ਫਾਰਮੇਸੀ ਆਫ ਦ ਵਰਲਡ। ਕਿਉਂ? ਕਿਉਂਕਿ ਇੰਡੀਆ ਦੇ ਵਿੱਚ ਅਸੀਂ ਲੋ ਕਾਸਟ ਪ੍ਰੋਡਕਸ਼ਨ ਕਰ ਸਕਦੇ ਹਾਂ। ਸਾਡੇ ਕੋਲ ਬਹੁਤ ਬੜੀ ਲਾਰਜ ਸਕਿਲਡ ਵਰਕਫੋਰਸ ਅਵੇਲੇਬਲ ਹੈਗੀ ਹੈ ਇੰਡੀਆ ਦੇ ਵਿੱਚ, ਜਿਹਦੇ ਕਰਕੇ ਅਸੀਂ ਬਹੁਤ ਹੀ ਘੱਟ ਪ੍ਰਾਈਸ ਤੇ ਲੋ ਕਾਸਟ ਪ੍ਰੋਡਕਸ਼ਨ ਕਰ ਸਕਦੇ ਹਾਂ ਤੇ ਅਸੀਂ ਜੈਨਰਿਕ ਮੈਡੀਸਿਨ ਪ੍ਰੋਡਿਊਸ ਕਰਦੇ ਹਾਂ ਔਰ ਦੁਨੀਆ ਭਰ ਚ ਆਪਾਂ ਸਪਲਾਈ ਕਰ ਰਹੇ ਹਾਂ। ਅੱਜ ਦੇ ਟਾਈਮ ਵਿੱਚ ਫਾਰਮਾ ਸੈਕਟਰ ਇੰਡੀਆ ਦਾ ਇੱਕ ਬਹੁਤ ਹੀ ਜ਼ਿਆਦਾ ਪੋਟੈਂਸ਼ੀਅਲ ਸੈਕਟਰ ਹੈਗਾ ਹੈ ਤੇ ਇਸ ਕਰਕੇ ਇੰਡੀਆ ਨੂੰ ਫਾਰਮੇਸੀ ਆਫ ਦ ਵਰਲਡ ਵੀ ਕਿਹਾ ਜਾਂਦਾ ਹੈ। ਐਂਡ ਰਿਸ਼ੀਕੇਸ਼, ਤੁਸੀਂ ਖੁਦ ਦੇਖੋ ਸਾਡੇ ਕੋਲ ਰਿਸ਼ੀਕੇਸ਼ ਦੀ ਜਿਹੜੀ ਲੋਕੇਸ਼ਨ ਹੈ ਇੱਥੇ ਕੋਈ ਜ਼ਿਆਦਾ ਹੈਵੀ ਇੰਡਸਟਰੀ ਨਹੀਂ ਲੱਗ ਸਕਦੀ। ਸਾਡੇ ਕੋਲ ਇੱਥੇ ਫਾਰਮਾ ਇੰਡਸਟਰੀ ਇਹ ਜ਼ਿਆਦਾ ਹੈਵੀ ਇੰਡਸਟਰੀ ਨਹੀਂ ਹੁੰਦੀ। ਹੈਵੀ ਇੰਡਸਟਰੀ ਮਤਲਬ ਰॉ ਮਟੀਰੀਅਲਸ ਬਹੁਤ ਭਾਰੀ ਯੂਜ਼ ਨਹੀਂ ਹੁੰਦੇ, ਇੱਥੇ ਸਿਰਫ ਕੈਮੀਕਲਸ ਯੂਜ਼ ਹੁੰਦੇ ਨੇ। ਇਸ ਕਰਕੇ ਜਿਹੜਾ ਰਿਸ਼ੀਕੇਸ਼ ਦੀ ਲੋਕੇਸ਼ਨ ਹੈ ਇਟ ਇਜ਼ ਸੁਟੇਬਲ ਫॉर व्हाट? ਫॉर योर ਫਾਰਮਾ ਇੰਡਸਟਰੀਜ਼। ਆਪਾਂ ਇਹਨਾਂ ਨੂੰ ਮੈਚ ਕਰਾਂਗੇ, A ਦੇ ਨਾਲ 3, then comes your B ਦੇ ਨਾਲ ਤੁਹਾਡਾ ਆ ਗਿਆ ਆਪਸ਼ਨ ਨੰਬਰ 1। ਇਸ ਤਰੀਕੇ ਨਾਲ ਮੈਚ ਕਰਕੇ ਸਾਡੇ ਕੋਲ ਆਂਦਾ ਹੈਗਾ ਹੈ ਆਪਸ਼ਨ ਤੁਹਾਡਾ B। ਠੀਕ ਹੈ, C ਨੂੰ ਮੈਚ ਕਰਤਾ 2 ਦੇ ਨਾਲ, D ਨੂੰ ਮੈਚ ਕਰਤਾ 4 ਦੇ ਨਾਲ, ਬਚਦਾ ਹੈ ਆਪਸ਼ਨ ਨੰਬਰ B ਤੁਹਾਡੇ ਕੋਲ। ਹੁਣ ਤੁਸੀਂ ਦੇਖੋ ਲਾਸਟ ਪੇਪਰ 'ਚ ਇਨਵਾਇਰਮੈਂਟਲ ਜੀਓਗ੍ਰਾਫੀ ਬਹੁਤ ਪੁੱਛੀ, ਪਰ 2019 ਦੇ ਪੇਪਰ ਦੇ ਵਿੱਚ ਇਕਨੋਮਿਕ ਜੀਓਗ੍ਰਾਫੀ, ਰਿਸੋਰਸਿਸ, ਇਕਨੋਮਿਕ ਜੀਓਗ੍ਰਾਫੀ ਹੀ ਬਾਰ-ਬਾਰ ਕੁਐਸਚਨਸ 'ਚ ਪੁੱਛੀ ਗਈ ਹੈ। ਸੋ ਇਟ ਬਿਕਮਸ ਵੈਰੀ ਇੰਪੋਰਟੈਂਟ ਫॉर योर ਪੇਪਰ। ਸੋ ਆਪਾਂ ਜੀ ਅਗਲਾ ਕੁਐਸਚਨ ਦੇਖੀਏ। ਇਹਦੇ ਵਿੱਚ ਬੋਲਿਆ ਕੰਸੀਡਰ ਦ ਸਟੇਟਮੈਂਟਸ ਔਨ ਨੈਚੁਰਲ ਗੈਸ, ਮਿਕਾ ਐਂਡ ਧਾਰਵਾੜ। ਕੁਝ ਸਟੇਟਮੈਂਟਸ ਦਿੱਤੀਆਂ ਗਈਆਂ ਨੇ। ਪਹਿਲੀ ਸਟੇਟਮੈਂਟ ਕਹਿੰਦੀ ਹੈ ਨੈਚੁਰਲ ਗੈਸ ਅਕਰਸ ਅਬੰਡੈਂਟਲੀ ਇਨ ਗੋਂਡਵਾਨਾ ਬੈਲਟ। ਹੁਣ ਦੇਖੋ ਜਦੋਂ ਤੁਸੀਂ ਇੰਡੀਆ ਦੀ ਜੀਓਗ੍ਰਾਫੀ ਪੜ੍ਹਦੇ ਹੋ, ਜੀਓਲੋਜੀ ਪੜ੍ਹਦੇ ਹੋ ਤੇ ਨਾਲ ਹੀ ਮਿਨਰਲ ਰਿਸੋਰਸਿਸ ਪੜ੍ਹਦੇ ਹੋ ਤਾਂ ਆਪਾਂ ਅਲੱਗ-ਅਲੱਗ ਰੌਕ ਸਿਸਟਮਸ ਪੜ੍ਹਦੇ ਹਾਂ। ਸਾਡੇ ਕੋਲ ਬਹੁਤ ਸੀ ਐਸੀਆਂ ਰੌਕਸ ਨੇ ਜੋ ਕਿ ਗੋਂਡਵਾਨਾ ਤੋਂ ਰਿਲੇਟ ਕਰਦੀਆਂ ਨੇ, ਕੁਝ ਟਰਸ਼ਰੀ ਰੌਕ ਏਰੀਆਜ਼ ਸਾਡੇ ਕੋਲ, ਕੁਝ ਧਾਰਵਾੜ ਰੌਕ ਏਰੀਆਜ਼ ਨੇ। ਇਹ ਕੁਐਸਚਨ ਉੱਥੋਂ ਡਿਰਾਈਵ ਕੀਤਾ ਗਿਆ। ਪਹਿਲੀ ਸਟੇਟਮੈਂਟ 'ਚ ਇਹ ਕਹਿ ਰਿਹਾ ਹੈ ਨੈਚੁਰਲ ਗੈਸ ਅਕਰਸ ਅਬੰਡੈਂਟਲੀ ਇਨ ਗੋਂਡਵਾਨਾ ਬੈਲਟ। ਹੁਣ ਜਦੋਂ ਤੁਸੀਂ ਗੋਂਡਵਾਨਾ ਬਾਰੇ ਪੜ੍ਹੋਗੇ ਤੁਸੀਂ ਦੇਖੋਗੇ ਕਿ ਇਹ ਜਿਹੜੀਆਂ ਏਰੀਆਜ਼ ਨੇ ਗੋਂਡਵਾਨਾ, ਇੱਥੇ ਜ਼ਿਆਦਾ ਸਾਨੂੰ ਕੋਲ, ਸੈਂਡਸਟੋਨ, ਸ਼ੇਲ ਇਦਾਂ ਦੀ ਰਿਸੋਰਸਿਸ ਦੇਖਣ ਲਈ ਮਿਲਦੇ ਨੇ। ਨੈਚੁਰਲ ਗੈਸ ਹਮੇਸ਼ਾ ਉੱਥੇ ਮਿਲੇਗੀ ਜਿੱਥੇ ਸੈਡੀਮੈਂਟਰੀ ਬੇਸਿਨ ਹੁੰਦਾ ਹੈ। ਕਿਉਂ ਹੁੰਦਾ ਹੈ? ਕਿਉਂਕਿ ਜਦੋਂ ਸੈਡੀਮੈਂਟਸ ਦੇ ਵਿੱਚ ਕੋਈ ਫੋਸਿਲ ਫਿਊਲ ਆ ਕੇ ਟਰੈਪ ਹੋ ਗਿਆ, ਉਹ ਓਵਰ ਪੀਰੀਅਡ ਆਫ ਟਾਈਮ ਹੌਲੀ ਜਦੋਂ ਪ੍ਰੈਸ਼ਰ ਲੱਗਦਾ ਹੈ, ਟਾਈਮ ਜਾਂਦਾ ਹੈ, ਹਾਈ ਟੈਂਪਰੇਚਰ, ਤਾਂ ਉਹ ਸੈਡੀਮੈਂਟਰੀ ਬੇਸਿਸ ਵਿੱਚ ਸਾਡੇ ਕੋਲ ਸਾਡੇ ਆਰਗੈਨਿਕ ਰਿਮੇਨਸ ਕਿਹਦੇ ਵਿੱਚ ਕਨਵਰਟ ਹੁੰਦੇ ਨੇ? ਨੈਚੁਰਲ ਗੈਸ 'ਚ ਕਨਵਰਟ ਹੁੰਦੇ ਨੇ। ਨੈਚੁਰਲ ਗੈਸ ਜਿੱਦਾਂ ਆਪਾਂ ਦੇਖਦੇ ਹਾਂ ਕਿ ਸਮੁੰਦਰ ਦੇ ਜਿਹੜੇ ਕੰਢੇ ਹੁੰਦੇ ਆ, ਕੰਟੀਨੈਂਟਲ ਸ਼ੈਲਫ ਜਿਹਨੂੰ ਆਪਾਂ ਕਹਿੰਦੇ ਹਾਂ, ਜਿੱਥੇ ਬਹੁਤ ਜ਼ਿਆਦਾ ਮਰੀਨ ਲਾਈਫ ਹੈ ਤੇ ਜਦੋਂ ਕਿਸੇ ਵੀ ਮਰੀਨ ਆਰਗੇਨਿਜ਼ਮ ਦੀ ਡੈਥ ਹੁੰਦੀ ਹੈ, ਜਦੋਂ ਉਹਦੇ ਰਿਮੇਨਸ ਜਾਕਰ ਨੀਚੇ ਜਾ ਕੇ ਬੈਠਦੇ ਨੇ, ਉਹ ਇੱਕ ਦੂਜੇ ਉੱਤੇ ਅਕਿਊਮੂਲੇਟ ਹੁੰਦੇ ਜਾਂਦੇ ਨੇ ਓਵਰ ਦ ਪੀਰੀਅਡ ਆਫ ਟਾਈਮ। ਜਦੋਂ ਪ੍ਰੈਸ਼ਰ ਲੱਗਦਾ ਹੈ, ਹਾਈ ਟੈਂਪਰੇਚਰ ਕੰਡੀਸ਼ਨਸ 'ਚ ਹੌਲੀ ਕਰਕੇ ਸਾਡੇ ਰਿਮੇਨਸ ਕਿਹਦੇ ਵਿੱਚ ਕਨਵਰਟ ਹੁੰਦੇ ਨੇ? ਨੈਚੁਰਲ ਗੈਸ 'ਚ ਕਨਵਰਟ ਹੁੰਦੇ ਨੇ। ਗੋਂਡਵਾਨਾ ਸੈਡੀਮੈਂਟਰੀ ਨਹੀਂ ਹੈ। ਗੋਂਡਵਾਨਾ ਦੇ ਵਿੱਚ ਸਾਨੂੰ ਫੇਮਸਲੀ ਮਿਲਦਾ ਹੈ ਕੋਲ। ਕੋਲ ਇਜ਼ ਫੇਮਸ ਫॉर ਗੋਂਡ, ਮਤਲਬ ਤੁਸੀਂ ਇੱਕ ਫਾਰਮੂਲਾ ਬਣਾ ਦੇਣਾ ਹੈ ਗੋਂਡਵਾਨਾ ਇਜ਼ ਇਕੁਅਲ ਟੂ ਕੋਲ। ਸਿਰਫ ਇਹ ਗੱਲ ਯਾਦ ਰੱਖਣੀ ਹੈ ਗੋਂਡਵਾਨਾ ਇਜ਼ ਇਕੁਅਲ ਟੂ ਕੋਲ। ਨੈਚੁਰਲ ਗੈਸ ਸਾਨੂੰ ਸੈਡੀਮੈਂਟਰੀ ਬੇਸਿਨਸ ਤੋਂ ਮਿਲੂਗੀ। ਅੱਜ ਕੱਲ ਅਸੀਂ ਡਿਸਕਵਰ ਵੀ ਕਰ ਰਹੇ ਹਾਂ ਬਿਕਾਜ਼ ਜਦੋਂ ਅਸੀਂ ਇੰਡੀਆ ਦੀ ਗੱਲ ਕਰੀਏ ਆਪਾਂ ਆਪਣਾ ਨੈਚੁਰਲ ਗੈਸ, ਪੈਟਰੋਲੀਅਮ ਇਹ ਸਭ ਕੁਝ ਇੰਪੋਰਟ ਕਰਦੇ ਹਾਂ। ਰਾਈਟ ਨਾਓ ਇੰਡੀਆ ਵਿੱਚ ਜਿਹੜਾ KG ਬੇਸਿਨ ਹੈ, ਕ੍ਰਿਸ਼ਨਾ ਗੋਦਾਵਰੀ ਬੇਸਿਨ, ਇਹ ਬਹੁਤ ਬੜਾ ਨੈਚੁਰਲ ਗੈਸ ਦਾ ਰਿਸੋਰਸ ਹੈ ਜਿਹਨੂੰ ਆਪਾਂ ਐਕਸਪਲੋਇਟ ਕਰਨਾ ਚਾਹੁੰਦੇ ਹਾਂ ਤਾਂ ਕਿ ਸਾਡੀ ਡਿਮਾਂਡਸ ਪੂਰੀਆਂ ਹੋ ਸਕਣ। ਬੰਬੇ ਦੇ ਕੋਲ ਮੁੰਬਈ ਹਾਈ ਹੈ, ਉੱਥੋਂ ਅਸੀਂ ਤੁਸੀਂ ਦੇਖਿਆ ਹੋਣਾ ਸਮੁੰਦਰ ਦੇ ਵਿਚਕਾਰ ਮਸ਼ੀਨਾਂ ਲੱਗੀਆਂ ਹੋਈਆਂ ਹੁੰਦੀਆਂ ਨੇ ਤੇ ਉੱਥੋਂ ਆਪਾਂ ਨੈਚੁਰਲ ਗੈਸ ਕੱਢ ਰਹੇ ਹਾਂ। ਅਸਾਮ ਦੇ ਵਿੱਚ ਅਸਾਮ ਬੇਸਿਨ ਹੈ, ਉੱਥੋਂ ਆਪਾਂ ਨੈਚੁਰਲ ਗੈਸ ਕੱਢਦੇ ਹਾਂ। ਤਾਂ ਨੈਚੁਰਲ ਗੈਸ ਗੋਂਡਵਾਨਾ ਦੀਆਂ ਤਾਂ ਰੌਕਸ ਬਹੁਤ ਜ਼ਿਆਦਾ ਸਟਰੋਂਗ ਨੇ, ਉੱਥੇ ਸਾਨੂੰ ਸੈਡੀਮੈਂਟਸ ਨਹੀਂ ਮਿਲਦੇ। ਇਸ ਕਰਕੇ ਗੋਂਡਵਾਨਾ ਨੈਚੁਰਲ ਗੈਸ ਨਹੀਂ, ਗੋਂਡਵਾਨਾ ਇਜ਼ ਇਕੁਅਲ ਟੂ ਕੋਲ ਹੋਣਾ ਚਾਹੀਦਾ ਹੈ। ਫਾਈਨ, ਤਾਂ ਪਹਿਲੀ ਸਟੇਟਮੈਂਟ ਸਾਡੀ ਇੱਥੇ ਸਹੀ ਨਹੀਂ ਹੈ। ਸੈਕੰਡ ਸਟੇਟਮੈਂਟ ਹੈਗੀ ਹੈ ਮਿਕਾ ਬਾਰੇ। ਮਾਈਕਾ occurs abundantly in ਕੋਦਰਮਾ। That's the statement. Mica occurs abundantly in ਕੋਦਰਮਾ। ਹੁਣ ਇਹ ਇੰਪੋਰਟੈਂਟ ਹੈ। ਕਿਉਂ? ਸਾਡਾ ਜਿਹੜਾ ਕੋਦਰਮਾ ਦਾ ਏਰੀਆ ਹੈ, ਇਹ ਜਿਹੜਾ ਸੈਂਟਰ ਹੈ, this is located in ਝਾਰਖੰਡ। ਕਿੱਥੇ ਲੋਕੇਟਡ ਹੈ? ਝਾਰਖੰਡ ਦੇ ਵਿੱਚ।
ਤੇ ਇਹ ਇੰਪੋਰਟੈਂਟ ਇਸ ਲਈ ਹੈ ਕਿਉਂਕਿ ਕੋਦਰਮਾ ਨੂੰ ਕਿਹਾ ਜਾਂਦਾ ਹੈ ਮਾਈਕਾ ਕੈਪੀਟਲ ਆਫ ਇੰਡੀਆ। ਇਟ ਇਜ਼ ਕਾਲਡ ਐਜ਼ ਮਾਈਕਾ ਕੈਪੀਟਲ ਆਫ ਇੰਡੀਆ। ਐਗਜ਼ਾਮੀਨਰ ਤੁਹਾਡੀ ਇੱਥੇ ਫੈਕਚੁਅਲ ਨੌਲੇਜ ਵੀ ਚੈੱਕ ਕਰ ਰਿਹਾ ਹੈ ਕਿ ਕੀ ਤੁਹਾਨੂੰ ਪਤਾ ਹੈ ਕਿ ਮਾਈਕਾ ਦਾ ਇੱਕ ਸੈਂਟਰ ਜਿਹਦਾ ਨਾਮ ਹੈ ਕੋਦਰਮਾ ਜੋ ਕਿ ਝਾਰਖੰਡ ਵਿੱਚ ਹੈ ਉਹਨੂੰ ਕਿਹਾ ਜਾਂਦਾ ਹੈ ਮਾਈਕਾ ਕੈਪੀਟਲ ਆਫ ਇੰਡੀਆ। ਇਸ ਕਰਕੇ ਸੈਕੰਡ ਸਟੇਟਮੈਂਟ ਬਿਲਕੁਲ ਸਹੀ ਹੈ which says that mica occurs in abundance in ਕੋਦਰਮਾ। ਹਾਲਾਂਕਿ ਫਰਸਟ ਸਟੇਟਮੈਂਟ ਵਿੱਚ ਉਹ ਤੁਹਾਡੀ ਰੌਕ ਸਿਸਟਮ ਦੀ ਨੌਲੇਜ ਨੂੰ ਚੈੱਕ ਕਰ ਰਿਹਾ ਸੀ ਕਿ ਤੁਹਾਨੂੰ ਪਤਾ ਹੈ ਕਿ ਗੋਂਡਵਾਨਾ ਦੇ ਵਿੱਚ ਕੋਲ ਮਿਲਦਾ ਹੈ। ਇੱਥੇ ਕੀ ਲਿਖਿਆ ਗੋਂਡਵਾਨਾ ਦੇ ਵਿੱਚ ਨੈਚੁਰਲ ਗੈਸ ਮਿਲਦਾ ਹੈ। ਦਿਸ ਇਜ਼ ਨਾਟ ਰਾਈਟ। ਸੈਕੰਡ ਸਟੇਟਮੈਂਟ ਠੀਕ ਹੈ। ਹੁਣ ਸਿਮਿਲਰਲੀ ਥਰਡ ਸਟੇਟਮੈਂਟ ਦੇ ਵਿੱਚ ਵੀ ਉਹ ਤੁਹਾਡੀ ਰੌਕ ਸਿਸਟਮ ਦੀ ਨੌਲੇਜ ਨੂੰ ਚੈੱਕ ਕਰ ਰਿਹਾ ਹੈ ਕਿ ਤੁਹਾਨੂੰ ਰੌਕ ਸਿਸਟਮ ਰਿਲੇਟ ਕਰਨਾ ਆਉਂਦਾ ਹੈ ਮਿਨਰਲਸ ਦੇ ਨਾਲ ਕਿ ਨਹੀਂ। ਹੁਣ ਇੱਥੇ ਫੇਰ ਇਹ ਕਹਿ ਰਿਹਾ ਹੈ ਕਿ ਧਾਰਵਾੜ ਇਜ਼ ਫੇਮਸ ਫॉर ਪੈਟਰੋਲੀਅਮ। ਇਹ ਸਟੇਟਮੈਂਟ ਵੀ ਸਹੀ ਨਹੀਂ ਹੈ। ਨੈਚੁਰਲ ਗੈਸ ਤੇ ਪੈਟਰੋਲੀਅਮ ਸਾਨੂੰ ਉੱਥੇ ਮਿਲਦੇ ਨੇ ਜਿੱਥੇ ਆਰਗੈਨਿਕ ਰਿਮੇਨਸ ਮਤਲਬ ਮੈਰੀਨ ਆਰਗੇਨਿਜ਼ਮਸ ਦੇ ਜਿਹੜੀਆਂ ਡੈਡ ਬੋਡੀਜ਼ ਨੇ ਓਵਰ ਦ ਪੀਰੀਅਡ ਆਫ ਟਾਈਮ ਜਿੱਥੇ ਇਕੱਠੀਆਂ ਹੁੰਦੀਆਂ ਨੇ ਹੌਲੀ ਹੌਲੀ ਕਰਕੇ ਜਦੋਂ ਪ੍ਰੋਸੈਸਸ ਲੱਗਦੇ ਨੇ ਤਾਂ ਉਹ ਪੈਟਰੋਲੀਅਮ ਤੇ ਨੈਚੁਰਲ ਗੈਸ 'ਚ ਕਨਵਰਟ ਹੁੰਦੇ ਨੇ। ਜਦ ਕਿ ਜਦੋਂ ਆਪਾਂ ਧਾਰਵਾੜ ਦੀ ਗੱਲ ਕਰਦੇ ਹਾਂ ਧਾਰਵਾੜ ਇੰਡੀਆ ਦਾ ओल्डेस्ट रॉक सिस्टम है एंड धारवाड़ इज फेमस फॉर पेट्रोलियम। ये अपने आप च गलत रहता है क्यों बिकॉज फिर तो इत्थे साडे कोल ओह ऑर्गेनिक सेडिमेंट्स अवेलेबल नहीं है। धारवाड़ इज फेमस फॉर गोल्ड, इट इज फेमस फॉर आयरन गोल्ड मैंगनीज ਜਿਹੜੇ ਇਦਾਂ ਦੇ ਐਲੀਮੈਂਟਸ ਨੇ ਉਹ ਸਾਨੂੰ ਕਿੱਥੋਂ ਮਿਲਦੇ ਨੇ ਧਾਰਵਾੜ ਤੋਂ ਮਿਲਦੇ ਨੇ। ਸਾਡੇ ਕੋਲ ਧਾਰਵਾੜ ਦੇ ਵਿੱਚ ਬਹੁਤ ਫੇਮਸ 골ਡ ਮਾਈਨਸ ਹੈ। ਤੁਸੀਂ ਨਾਮ ਸੁਣਿਆ ਹੋਣਾ ਕੋਲਾਰ 골ਡ ਮਾਈਨ ਉਹ ਧਾਰਵਾੜ ਦਾ ਹਿੱਸਾ ਹੈ। ਹੁੱਤੀ 골ਡ ਮਾਈਨ ਇਹ ਧਾਰਵਾੜ ਦਾ ਹਿੱਸਾ ਹੈ। ਤਾਂ ਯਾਦ ਰੱਖਣਾ ਹੈ ਧਾਰਵਾੜ ਇਜ਼ ਇਕੁਅਲ ਟੂ 골ਡ ਐਂਡ ਆਇਰਨ। ਗੋਂਡਵਾਨਾ ਇਜ਼ ਇਕੁਅਲ ਟੂ ਯੋਰ ਕੋਲ। ਐਂਡ ਜਦੋਂ ਵੀ ਆਪਾਂ ਨੈਚੁਰਲ ਗੈਸ ਤੇ ਪੈਟਰੋਲੀਅਮ ਦੀ ਗੱਲ ਕਰਾਂਗੇ ਆਪਾਂ ਇੱਕੋ ਸਮੁੰਦਰ ਵਾਲਾ ਏਰੀਆ ਇਮੇਜਿਨ ਕਰਨਾ ਹੈ ਚਾਹੇ ਉਹ ਸਮੁੰਦਰੀ ਕੋਸਟਲ ਏਰੀਆ ਹੋਵੇ ਜਿੱਥੇ ਸਾਡੇ ਕੋਲ ਓਵਰ ਦ ਪੀਰੀਅਡ ਆਫ ਟਾਈਮ ਆਰਗੈਨਿਕ ਰਿਮੇਨਸ ਹੌਲੀ ਹੌਲੀ ਕਰਕੇ ਪ੍ਰੋਸੈਸ ਕਰਕੇ ਨੈਚੁਰਲ ਗੈਸ ਤੇ ਪੈਟਰੋਲੀਅਮ ਦੇ ਵਿੱਚ ਕਨਵਰਟ ਹੋਣਗੇ ਜਿੱਥੇ ਸੈਡੀਮੈਂਟਸ ਹੋਣਗੇ। ਇਜ਼ ਦੈਟ ਕਲੀਅਰ ਐਵਰੀਬਡੀ? ਠੀਕ ਹੈ। ਸੋ ਇੱਥੇ ਦੇਖੋ ਜੀਓਲੋਜੀਕਲ ਸਿਸਟਮ ਦੇ ਬੇਸਿਸ ਤੇ ਤੁਹਾਨੂੰ ਕੁਐਸਚਨ ਪੁੱਛਿਆ ਗਿਆ। ਅੱਜ ਤੋਂ ਬਾਅਦ ਇਹ ਰੂਲ ਬਣਾ ਲੈਣਾ ਹੈ ਧਾਰਵਾੜ ਇਜ਼ ਇਕੁਅਲ ਟੂ ਧਾਰ। ਠੀਕ ਹੈ ਤੁਹਾਡੇ ਕੋਲ ਇੱਕ ਤਲਵਾਰ ਹੈ ਜਿਹਦੀ ਧਾਰ ਜਿਹੜੀ ਹੈਗੀ ਹੈ ਉਹ ਬਹੁਤ ਤਿੱਖੀ ਹੈ ਐਂਡ ਉਹ ਗੋਲਡ ਹੈ ਉਹਦੇ ਵਿੱਚ ਆਇਰਨ ਹੈ। ਧਾਰਵਾੜ ਇਜ਼ ਗੋਲਡ ਐਂਡ ਆਇਰਨ। ਗੋਂਡਵਾਨਾ ਇਜ਼ ਕੋਲ। ਤੇ ਜਿਹੜੇ ਟਰਸ਼ਰੀ ਰੌਕਸ ਹੁੰਦੀਆਂ ਨੇ ਜਿੱਥੇ ਸੈਡੀਮੈਂਟਸ ਹੁੰਦੇ ਨੇ those are responsible for petroleum and natural gas। ਤਾਂ ਮਤਲਬ ਜੇ ਆਪਾਂ ਪੈਟਰੋਲੀਅਮ ਔਰ ਨੈਚੁਰਲ ਗੈਸ ਲਈ ਵੀ ਫਾਰਮੂਲਾ ਯਾਦ ਕਰਨਾ ਹੈ ਤਾਂ ਉਹਦੇ ਸਾਹਮਣੇ ਕਿਹੜੀਆਂ ਰੌਕਸ ਹੋਣੀਆਂ ਚਾਹੀਦੀਆਂ ਨੇ? ਟਰਸ਼ਰੀ ਰੌਕਸ ਹੋਣੀਆਂ ਚਾਹੀਦੀਆਂ ਨੇ ਜੋ ਕਿ ਸੈਡੀਮੈਂਟੇਸ਼ਨ ਦੇ ਨਾਲ ਬਣਦੀਆਂ ਨੇ। ਫਾਈਨ ਠੀਕ ਹੈ ਜੀ। ਇਹ ਫਾਰਮੂਲਾ ਆਪਾਂ ਯਾਦ ਕਰ ਲਿਆ ਇਨ ਫਿਊਚਰ ਸਾਨੂੰ ਹੈਲਪ ਕਰੇਗਾ। ਅੱਗੇ ਚੱਲਦੇ ਹਾਂ। ਅਗੇਨ ਅਨਦਰ ਕੁਐਸਚਨ ਦਿਸ ਇਜ਼ ਆਲਸੋ ਰਿਲੇਟਡ ਟੂ ਯੋਰ ਇਕਨੋਮਿਕ ਜੀਓਗ੍ਰਾਫੀ। ਇਹਦੇ ਵਿੱਚ ਕੀ ਪੁੱਛਿਆ ਹੈ? ਟਿਨ ਪ੍ਰੋਡਿਊਸਿੰਗ ਸਟੇਟ ਬਾਰੇ ਗੱਲ ਕੀਤੀ ਹੈ, ਕਾਫੀ ਦੀ ਪ੍ਰੋਡਕਸ਼ਨ ਬਾਰੇ ਕੁਐਸਚਨ ਪੁੱਛਿਆ ਹੈ, ਮਾਈਕਾ ਦੀ ਪ੍ਰੋਡਕਸ਼ਨ ਬਾਰੇ ਕੁਐਸਚਨ ਪੁੱਛਿਆ ਹੈ ਤੇ ਲਿਗਨਾਈਟ ਕੋਲ ਬਾਰੇ ਕੁਐਸਚਨ ਪੁੱਛਿਆ ਹੈ। ਠੀਕ ਹੈ। ਅਗੇਨ ਤਾਂ ਮਤਲਬ ਇਸ ਵਾਰੀ ਤੁਸੀਂ ਇਕਨੋਮਿਕ ਜੀਓਗ੍ਰਾਫੀ ਨੂੰ ਬਿਲਕੁਲ ਹਲਕੇ 'ਚ ਨਹੀਂ ਲੈ ਕੇ ਜਾਣਾ, ਬਹੁਤ ਚੰਗੇ ਤਰੀਕੇ ਨਾਲ ਇਕਨੋਮਿਕ ਜੀਓਗ੍ਰਾਫੀ ਤਿਆਰ ਕਰਨੀ ਹੈ। ਪਹਿਲੀ ਸਟੇਟਮੈਂਟ ਦੇਖਦੇ ਹਾਂ। ਫਰਸਟ ਸਟੇਟਮੈਂਟ ਸੇਜ਼ ਦੈਟ ਛੱਤੀਸਗੜ੍ਹ ਇਜ਼ ਦੀ ਓਨਲੀ ਟਿਨ ਪ੍ਰੋਡਿਊਸਿੰਗ ਸਟੇਟ। ਇਸ ਫੈਕਟ ਦਾ ਤਾਂ ਰੱਟਾ ਲਗਾ ਲਓ। ਦਿਸ ਇਜ਼ ਐਬਸੋਲਿਊਟਲੀ ਰਾਈਟ। ਕਿਉਂ? ਕਿਉਂਕਿ ਇੰਡੀਆ ਵਿੱਚ ਨਾ ਟਿਨ ਡਿਪੋਜ਼ਿਟਸ ਬਹੁਤ ਲਿਮਿਟਡ ਨੇ। ਜ਼ਿਆਦਾ ਟਿਨ ਡਿਪੋਜ਼ਿਟਸ ਇੰਡੀਆ ਵਿੱਚ ਹੈ ਹੀ ਨਹੀਂ। ਇੰਡੀਆ ਵਿੱਚ ਟਿਨ ਆਪਾਂ ਨੂੰ ਮੋਸਟਲੀ ਇੱਕੋ ਹੀ ਰੀਜਨ ਵਿੱਚੋਂ ਮਿਲਦਾ ਹੈ ਵਿਚ ਇਜ਼ ਯੋਰ ਬਸਤਰ ਰੀਜਨ। ਔਰ ਉਹ ਬਸਤਰ ਰੀਜਨ ਕਿਹਦੇ ਨਾਲ ਕੋਰਸਪੌਂਡ ਕਰਦਾ ਹੈ? ਛੱਤੀਸਗੜ੍ਹ ਨਾਲ ਕੋਰਸਪੌਂਡ ਕਰਦਾ ਹੈ। ਐਂਡ ਦੇਅਰਫੋਰ ਛੱਤੀਸਗੜ੍ਹ ਇਜ਼ ਦੀ ਓਨਲੀ ਟਿਲ ਪ੍ਰੋਡਿਊਸਿੰਗ ਸਟੇਟ। ਟਿਨ ਸਿਰਫ ਤੁਹਾਨੂੰ ਕਿੱਥੋਂ ਮਿਲੇਗਾ? ਛੱਤੀਸਗੜ੍ਹ ਤੋਂ ਮਿਲੇਗਾ। ਛੱਤੀਸਗੜ੍ਹ ਦੇ ਅਰਾਊਂਡ ਬਸਤਰ ਰੀਜਨ ਤੋਂ ਟਿਨ ਮਿਲੇਗਾ। ਇਹ ਸਟੇਟਮੈਂਟ ਨੂੰ ਤਾਂ ਦਿਮਾਗ ਦੇ ਵਿੱਚ ਇੱਕ ਫਾਰਮੂਲਾ ਬਣਾ ਕੇ ਯਾਦ ਕਰ ਲਓ। ਠੀਕ ਹੈ। ਅੱਛਾ ਜੀ। ਨੈਕਸਟ ਸਟੇਟਮੈਂਟ ਵਿੱਚ ਕਾਫੀ ਬਾਰੇ ਪੁੱਛਿਆ। ਨੈਕਸਟ ਸਟੇਟਮੈਂਟ 'ਚ ਇਹਨਾਂ ਨੇ ਕਿਹਾ ਕਾਫੀ ਇੰਡੀਆ ਇਜ਼ ਦੀ ਲਾਰਜੈਸਟ ਪ੍ਰੋਡਿਊਸਰ ਆਫ ਕਾਫੀ ਇਨ ਦ ਵਰਲਡ। ਇੰਡੀਆ ਇਜ਼ ਦੀ ਲਾਰਜੈਸਟ ਪ੍ਰੋਡਿਊਸਰ ਆਫ ਕਾਫੀ ਇਨ ਦ ਵਰਲਡ। No, not at all. Brazil is largest producer of the world.
ਬ੍ਰਾਜ਼ੀਲ ਤੋਂ ਬਾਅਦ ਵੀਅਤਨਾਮ ਆ ਜਾਂਦਾ ਹੈ, ਵੀਅਤਨਾਮ ਨੂੰ ਕਿਵੇਂ ਭੁੱਲ ਸਕਦੇ ਹਾਂ, ਵੀਅਤਨਾਮੀਜ਼ ਕਾਫੀ ਕਿੰਨੀ ਫੇਮਸ ਹੈ, ਕੋਲੰਬੀਆ ਆ ਜਾਂਦਾ ਹੈ। these are the major areas ਜੋ ਕਿ ਫੇਮਸ ਹੈ, ਇੰਡੀਆ ਬਹੁਤ ਬਾਅਦ ਚ ਆਉਂਦਾ ਹੈ। ਦੇਖੋ ਕਾਫੀ ਨਾ ਪਲਾਂਟੇਸ਼ਨਸ ਵਿੱਚ ਆ ਜਾਂਦੀ ਹੈ ਤੇ ਪਲਾਂਟੇਸ਼ਨ ਐਗਰੀਕਲਚਰ ਇੰਡੀਆ ਵਿੱਚ ਹੁੰਦਾ ਹੈ, ਪਰ ਅਸੀਂ ਲਾਰਜੈਸਟ ਪ੍ਰੋਡਿਊਸਰ ਨਹੀਂ ਹੈ। ਬ੍ਰਾਜ਼ੀਲ ਇਜ਼ ਦ ਲਾਰਜੈਸਟ ਪ੍ਰੋਡਿਊਸਰ, ਵੀਅਤਨਾਮ ਆਂਦਾ ਹੈ, ਕੋਲੰਬੀਆ ਆਂਦਾ ਹੈ, ਇੰਡੀਆ ਕਮਸ ਇਨ ਮਚ ਲੋਅਰ ਲੈਵਲ। ਸੋ ਇਸ ਕਰਕੇ ਲਾਰਜੈਸਟ ਪ੍ਰੋਡਿਊਸਰ ਇੰਡੀਆ ਨਹੀਂ ਹੈ, ਹਾਲਾਂਕਿ ਪ੍ਰੋਡਿਊਸ ਜ਼ਰੂਰ ਕਰਦਾ ਹੈ, ਇਸ ਕਰਕੇ ਸੈਕਿੰਡ ਸਟੇਟਮੈਂਟ ਸਾਡੀ ਸਹੀ ਨਹੀਂ ਹੈ। ਕਲੀਅਰ एवरीवन? ठीक है, चलो अगली स्टेटमेंट देख लेते हैं। कह रहे राजस्थान इज द लार्जेस्ट प्रोड्यूसर ऑफ माइका। नो, नॉट एट ऑल। ਆਪਾਂ ਹੁਣੀ ਪਿੱਛੇ ਕੁਐਸਚਨ ਕਰਕੇ ਆਏ, ਆਪਾਂ ਕੀ ਦੇਖਿਆ ਕਿ ਝਾਰਖੰਡ ਦੇ ਵਿੱਚ ਕੋਦਾਰਮਾ ਜਿਹੜਾ ਏਰੀਆ ਹੈਗਾ ਉਹਨੂੰ ਕਹਿ ਰਹੇ ਆ ਮਾਈਕਾ ਕੈਪੀਟਲ ਆਫ ਇੰਡੀਆ। ਸੋ ਇਦਾਂ ਕਿੱਦਾਂ ਪੋਸੀਬਲ ਹੈ ਕਿ ਨੈਕਸਟ ਕੁਐਸਚਨ ਦੇ ਵਿੱਚ ਹੀ ਸੇਮ ਪੇਪਰ ਨੈਕਸਟ ਕੁਐਸਚਨ ਚ ਉਹ ਕਹਿ ਰਹੇ ਆ ਕਿ ਰਾਜਸਥਾਨ ਇਜ਼ ਦ ਲਾਰਜੈਸਟ ਪ੍ਰੋਡਿਊਸਰ। नो, हिस्टोरिकली झारखंड ते आंध्र प्रदेश जेड़े हैगे हैं दे आर डोमिनेटेड, दे डोमिनेट दी माइका प्रोडक्शन। ता ए ता स्टेटमेंट साडी गलत होगी, हुणी आपां सीख के आए हैं पिछे। ओके, नेक्स्ट है तमिलनाडु हैज द लार्जेस्ट लिग्नाइट रिजर्व्स। तमिलनाडु कोल सब तो ज्यादा लिग्नाइट कोल दे रिजर्व्स ने। ए स्टेटमेंट बिल्कुल सही है। जेड़ा लिग्नाइट कोल हुंदा है ना, ਇਹ ਲੋ ਗ੍ਰੇਡ ਕੋਲ ਹੁੰਦਾ ਹੈ। ਲੋ ਗ੍ਰੇਡ ਕੋਲ ਮਤਲਬ ਇਹਦੇ ਵਿੱਚ ਕੋਲ ਦਾ ਜਿਹੜਾ ਕੰਟੈਂਟ ਹੈ, ਕਾਰਬਨ ਦਾ ਜਿਹੜਾ ਕੰਟੈਂਟ ਹੈ ਉਹ ਥੋੜਾ ਕੰਪੈਰੀਟਿਵਲੀ ਘੱਟ ਹੁੰਦਾ ਹੈ ਤੇ ਮੋਇਸਚਰ ਕੰਟੈਂਟ ਇਹਦੇ ਵਿੱਚ ਜ਼ਿਆਦਾ ਹੁੰਦਾ ਹੈ। ਤੇ ਜਦੋਂ ਆਪਾਂ ਇਹਨੂੰ ਬਰਨ ਕਰਦੇ ਹਾਂ ਇਹਦੀ ਐਫੀਸ਼ੀਐਂਸੀ ਥੋੜੀ ਘੱਟ ਹੁੰਦੀ ਹੈ, ਸਮੋਕ ਧੂਆਂ ਵੱਧ ਨਿਕਲਦਾ ਹੈ ਮੋਇਸਚਰ ਕਰਕੇ, ਹੀਟਿੰਗ ਐਫੀਸ਼ੀਐਂਸੀ ਇਹਦੀ ਘੱਟ ਹੁੰਦੀ ਹੈ। ਲਿਗਨਾਈਟ ਇਜ਼ ਅ ਲੋ ਗ੍ਰੇਡ ਕੋਲ। ਤੇ ਇੰਡੀਆ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਇੱਕ ਨੇਵੇਲੀ ਲੋਕੇਸ਼ਨ ਹੈਗੀ ਹੈ, ਨੇਵੇਲੀ ਦੇ ਵਿੱਚੋਂ ਆਪਾਂ ਲਿਗਨਾਈਟ ਜਿਹੜਾ ਕੋਲ ਹੈਗਾ ਉਹਨੂੰ ਐਕਸਟ੍ਰੈਕਟ ਕਰਦੇ ਹਾਂ, ਉਹਨੂੰ ਉੱਥੋਂ ਆਪਾਂ ਕੱਢਦੇ ਹਾਂ। ਤਾਮਿਲਨਾਡੂ ਹੈਜ਼ ਦੀ ਲਾਰਜੈਸਟ ਰਿਜ਼ਰਵਸ ਆਫ ਲਿਗਨਾਈਟ ਰਿਜ਼ਰਵਸ ਔਰ ਲਿਗਨਾਈਟ ਕੋਲ। क्लियर एवरीवन? ठीक है, दिस इज अनदर थिंग दैट वी शुड नो। ते ए स्टेटमेंट थोड़ी सही होगी। तो अपने को दो स्टेटमेंट सही है, 1 and 4 सही है। क्वेश्चन च की पूछे है केडी स्टेटमेंट करेक्ट है, सो आंसर वुड बी बी 1 and 4। ठीक है जी, चलो लेट्स मूव ऑन टू द नेक्स्ट वन। अगला क्वेश्चन भी रॉक सिस्टम्स दे नाल रिलेटेड है। ते आपां हुण तक जिन्नी डिस्कशन कीती तुसी मतलब जे सिर्फ होर कुछ नहीं पढ़िया, सिर्फ आ वीडियो देख रहे हो ਤਾਂ ਵੀ ਤੁਸੀਂ ਇਸ ਕੁਐਸਚਨ ਦਾ ਆਨਸਰ ਕਰ ਸਕਦੇ ਹੋ। ਕੀ ਪੁੱਛ ਰਹੇ ਨੇ? ਪੁੱਛ ਰਹੇ ਵਿਚ ਰੌਕ ਸਿਸਟਮ ਅਕਾਊਂਟਸ ਫॉर ਮੋਰ ਦੈਨ 90% ਆਫ ਇੰਡੀਆਜ਼ ਕੋਲ ਰਿਜ਼ਰਵਸ। ਆਪਾਂ ਇੱਕ ਫਾਰਮੂਲਾ ਯਾਦ ਕੀਤਾ ਸੀ ਕਿ ਨਹੀਂ ਕੀਤਾ ਸੀ ਪਹਿਲਾਂ? ਕਿਹੜਾ? ਕੋਲ ਇਜ਼ ਇਕੁਅਲ ਟੂ ਗੋਂਡਵਾਨਾ। ਗੋਂਡਵਾਨਾ ਇਜ਼ ਇਕੁਅਲ ਟੂ ਕੋਲ। ਇਹ ਫਾਰਮੂਲਾ ਨਹੀਂ ਭੁੱਲਣਾ। धारवाड़ इज इक्वल टू गोल्ड एंड आयरन। टर्शरी रॉक्स इज इक्वल टू नैचुरल गैस एंड पेट्रोलियम। गोंडवाना इज इक्वल टू कोल। थानू पूछा है कि सब तो ज्यादा कोल रिजर्व्स किहड़ी रॉक सिस्टम विच ने, सो आंसर की होएगा डी। तुसीं देखो आपां एक वीडियो विद इन फ्यू मिनट्स आपां अपना एक कॉन्सैप्ट सॉलिडिफाई कर लिया। तो जदों भी कोई भी क्वेश्चन इत्थों घूम के आएगा, जे तुसीं इन्नी रूल ऑफ थंब बना लोगे ये चीज़ां नू, दिस विल हेल्प यू इन योर एग्जामिनेशन। सो 90% ऑफ द इंडियन कोल रिजर्व्स आर इन गोंडवाना। हुण तुसीं देख सकते हो दीज आर द रीजनस जिथे थानू एक गोंडवाना ते विंध्यन रॉक सिस्टम्स मिलणगियां। बहुत पुरानी रॉक सिस्टम्स हैं, 250 मिलियन ईयर्स के आसपास की इन्हां दी एज है। जिहड़ा इत्थे कोल मिलदा है ये बेटर क्वालिटी दा है। आपां गल कीती पहला तमिलनाडु दी, आ देखो तमिलनाडु के कंपैरिजन च जो कोल थानू इत्थे मिलेगा इट वुड हैव बेटर कार्बन कंटेंट ज्यादा होएगा ते मॉइस्चर कंटेंट घट होएगा। फाइन, सो दिस इज इंपॉर्टेंट। बहुत इंपॉर्टेंट कोल फील्ड्स ने इत्थे। बोकारो है, रानीगंज है, तालचेर है, कोरबा है, झाड़िया है। सो ऑल ऑफ दीज आर फेमस इन द गोंडवाना रॉक सिस्टम जिथे थानू की मिलता है? कोल मिलता है। फाइन एवरीवन, ठीक है, ये तो आप बहुत आसानी नाल कवर कर लिया। अगे चलते हैं। नेक्स्ट क्वेश्चन थोड़ा मैप बेस्ड क्वेश्चन है। ਅਸੀਂ ਆਪਣੀ ਜਿਹੜੀ ਲਾਸਟ ਵੀਡੀਓ ਚ ਵੀ ਦੇਖਿਆ ਸੀ 2024 ਦੇ ਪੇਪਰ ਵਿੱਚ ਵੀ 2-3 ਕੁਐਸਚਨ ਸਿੱਧਾ ਮੈਪ ਬੇਸਡ ਕੁਐਸਚਨਸ ਆਏ ਸੀਗੇ ਤੇ ਤੁਹਾਡੇ ਕੋਲ 2019 ਦੇ ਪੇਪਰ ਚ ਵੀ ਮੈਪ ਬੇਸਡ ਕੁਐਸਚਨਸ ਨੇ। ਜਾਪਾਨ 4 ਆਈਲੈਂਡਸ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਇਟਸ ਅ ਕੰਟਰੀ ਜਿਹਦੇ ਵਿੱਚ 4 ਆਈਲੈਂਡਸ ਆਉਂਦੇ ਨੇ। ਨਾਰਥ ਟੂ ਸਾਊਥ
कह रहे इन्हां आइलैंड्स ਨੂੰ ਅਰੇਂਜ ਕਰੋ। ठीक है, नाम देखते हैं तो अजीब अजीब जे लगते हैं, इस करके सब तो पहला इत्थे आने हैं, then we'll be able to understand। जापान दे विच 4 आइलैंड्स ने। सब तो नॉर्थ विच तुहानूं मिलता है होकाइडो। ये आइलैंड का नाम की है होकाइडो, नदਰਨ मोस्ट है। जापान च सब तो कोल्ड क्लाइमेट जिहड़ा हैगा होकाइडो दे विच मिलता है। डेयरी फार्मिंग बहुत हुंदी है। होकाइडो सब तो उत्ते किहड़ा है होकाइडो। ठीक है, होकाइडो तो बाद जापान दा लार्जेस्ट आइलैंड जिहड़ा हैगा है ओनू कहा जाता है होनशू। की कहते हैं होनशू। सब तो ऊपर होकाइडो, सब तो बड़ा आइलैंड जिहड़ा हैगा है दैट इज होनशू। ये इन्ना इंपॉर्टेंट है कि जिन्ने भी तुसी जापान दे इंपॉर्टेंट शहरां दे नाम सुने हुंदे हैं, टोक्यो, ओसाका, क्योटो, माउंट फूजी, ये सारा कुछ कित्थे लोकेटेड है? होनशू ते लोकेटेड है। लार्जेस्ट आइलैंड केड़ा है? होनशू। ठीक है, उस तो बाद आंदा है शिकोकू। शिकोकू शिकोकू सब तो छोटा है, स्मॉल आइलैंड। इत्थे एग्रीकल्चर हुंदा है, फिशिंग हुंदा है। इट इज द स्मॉल आइलैंड। तुसीं देख सकते हो होकाइडो, देन होनशू, देन शिकोकू, ते बिल्कुल साउथ विच तुहानूं इत्थे मिलेगा क्यूशू। क्यूशू। ठीक है, सो दीज आर द 4 आइलैंड्स। एंड तुहानूं क्वेश्चन च क्या है कि बई इन्हां नूं नॉर्थ तो साउथ अरेंज करो। तुसीं याद कर लिया, सब तो उपर किहड़ा सी? सब तो उपर सी नॉर्थ विच होकाइडो। होकाइडो तो बाद सेकंड ते कौन सी? होनशू। होनशू तो बाद आ देखो होकाइडो, होनशू। थर्ड ते कौन सी? थर्ड से सीगा शिकोकू। एंड सब तो साउथ ते कौन सीगा? क्यूशू। इस करके आंसर किहड़ा होना चाहिए है? बी। फाइन एवरीवन। ठीक है, जापान वैसे भी इंपॉर्टेंट है। ਜਦੋਂ ਤੁਸੀਂ ਜੀਓਗ੍ਰਾਫੀ ਪੜ੍ਹਦੇ ਹੋ ਤੁਸੀਂ ਦੇਖਦੇ ਹੋ ਕਿ ਜਾਪਾਨ ਦੀ ਜਿਹੜੀ ਲੋਕੇਸ਼ਨ ਹੈਗੀ ਹੈ ਇਹ ਰਿੰਗ ਆਫ ਫਾਇਰ ਤੇ ਲਾਈ ਕਰਦੀ ਹੈ। ਹੁਣੀ ਹਾਲ ਹੀ ਵਿੱਚ ਫਿਲੀਪੀਨਸ ਦੇ ਵਿੱਚ ਅਰਥਕੁਏਕ ਆਇਆ ਤੇ ਉਦੋਂ ਜੇ ਤੁਸੀਂ ਅਖਬਾਰ ਪੜ੍ਹਿਆ ਹੋਊਗਾ ਤਾਂ ਰਿੰਗ ਆਫ ਫਾਇਰ, ਪੈਸੀਫਿਕ ਰਿੰਗ ਆਫ ਫਾਇਰ ਬਾਰ-ਬਾਰ ਲਿਖਿਆ ਆਂਦਾ ਹੈ। ਉਹ ਇਸ ਕਰਕੇ ਕਹਿੰਦੇ ਕਿਉਂਕਿ ਪੈਸੀਫਿਕ ਓਸ਼ਨ ਦਾ ਜਦੋਂ ਆਪਾਂ ਆਹ ਬਾਉਂਡਰੀ ਦੇਖਦੇ ਆ ਨਾ, ਇੱਥੇ ਟੈਕਟੋਨਿਕ ਐਕਟੀਵਿਟੀ ਬਹੁਤ ਜ਼ਿਆਦਾ ਹੁੰਦੀ ਹੈ। ਇੱਥੇ ਬਹੁਤ ਜ਼ਿਆਦਾ ਅਰਥਕੁਇਕਸ ਤੇ ਵੋਲਕੈਨਿਕ ਇਰਪਸ਼ਨਸ ਹੁੰਦੀਆਂ ਨੇ। ਇਸ ਕਰਕੇ ਇਸ ਏਰੀਆ ਨੂੰ ਕਿਹਾ ਜਾਂਦਾ ਹੈ ਰਿੰਗ ਆਫ ਫਾਇਰ। ਤੁਸੀਂ ਦੇਖ ਸਕਦੇ ਹੋ ਕਿ ਸਾਡਾ ਜਾਪਾਨ ਵੀ ਇਸੇ ਰਿੰਗ ਆਫ ਫਾਇਰ ਤੇ ਲਾਈ ਕਰਦਾ ਹੈ, ਜਿਸ ਕਰਕੇ ਇੱਥੇ ਵੋਲਕੈਨਿਕ ਐਕਟੀਵਿਟੀ, ਚਾਹੇ ਮਾਊਂਟ ਫੂਜੀ ਹੋਵੇ ਤੇ ਤੁਹਾਡਾ ਸਭ ਤੋਂ ਕਿਓਸ਼ੂ ਆਈਲੈਂਡ ਹੋਵੇ, ਉੱਥੇ ਜਿਓਥਰਮਲ એનર્ਜੀ ਬਹੁਤ ਮਿਲਦੀ ਹੈ ਤੇ ਅਰਥਕੁਇਕ इस एरिया विच बहुत ज़्यादा आंदा है। दैट इज़ जापान फॉर यू। सो ये मैं सिर्फ इस करके पाया कि तुहानूं याद आवे कि जदों तुसीं पैसीफिक रिंग ऑफ फायर बारे पढ़ना है तो इस एरिया की जोग्राफी नूं बड़े ध्यान दे नाल देखना है। ठीक है, चलो जी नैक्सट क्वेश्चन। हुण जिहड़ा नैक्सट क्वेश्चन आया है ना, ये कुछ फैक्चुअल चीज़ां हुंदियां ने जोग्राफी विच। एक बहुत ही क्लासिक क्वेश्चन बनता है कि दुनिया की कुछ फेमस नदियां दे नाम दे दिंदे ते नाल कुछ इंपॉर्टेंट शहरों के नाम दे देंगे ने ते पुछते हैं कि दसो ये शहर किहड़ी नदी ते लाई करता है। सो वर्ल्ड रिवर्स एंड देयर मोस्टली कैपिटल्स दे नाल इन्हां नूं रिलेट किया जाता है। तो ये जो तुसीं तैयारी करोगे तो एक लिस्ट आ जाती है कंट्रीज़ की जिहड़े रिवर्स उत्ते लाई करते हैं। बस तुसीं इत्थों ये याद रखना है कि ये लिस्ट तुसीं याद करके जरूर जानी है कि वर्ल्ड दीयां रिवर्स दे उत्ते किहड़ी कैपिटल लाई करती है। फॉर एग्जाम्पल इत्थे पूछा गया है कि विच रिवर सिटी पेयर इज नॉट करेक्टली मैच्ड। इन्हां विचों किहड़ा पेयर सही नहीं है? सब तो पहला हैगा रिवर का नाम नाइजर। ठीक है, नाइजर ते नाल सिटी दिता होया नियामे। नाउ दिस इज एब्सोल्यूटली राइट। साडे कोल नियामे जिहड़ा हैगा इट्स अ कैपिटल विच इज लोकेटेड ऑन नाइजर रिवर। ठीक है, सो इट्स अ करेक्ट पेयर। फिर आंदा है दानूबे। दानूबे रिवर इज अ वेरी इंपॉर्टेंट रिवर ऑफ यूरोप ते इहदे विच बुदापेस्ट जिहड़ा हैगा इट इज लोकेटेड ऑन दानूबे रिवर। देन थोड़ा जिहड़ा तीसरा ऑप्शन हैगा एमेजॉन ते एमेजॉन नूं रिलेट किया गया थोड़ा रिसीफे दे नाल। दिस पेयरिंग इज नॉट राइट। अगैन इत्थे कोई कॉन्सैप्ट नहीं आंदा, इत्थे सिर्फ एक लिस्ट याद करनी हुंदी है। इदां भी याद कर सकते हैं कि जो रिसीफे इट इज़ अ कोस्टल सिटी ते इट इज़ नॉट ऑन एमेजॉन। ਜਦੋਂ ਆਪਾਂ ਐਮਾਜ਼ਨ ਦੀ ਮੇਜਰ ਸ਼ਹਿਰਾਂ ਦੇ ਨਾਮ ਕਵਰ ਕਰਦੇ ਹਾਂ ਤਾਂ ਮੈਨਾਯੂਸ ਕਰਕੇ ਇੱਕ ਸ਼ਹਿਰ ਦਾ ਨਾਮ ਆਉਂਦਾ ਹੈ, ਉਹ ਐਮਾਜ਼ਨ ਰਿਵਰ ਦੇ ਉੱਤੇ ਹੈ। ਸੈਂਟਾਰੈਮ ਕਰਕੇ ਇੱਕ ਸ਼ਹਿਰ ਹੈਗਾ ਹੈ, ਉਹ ਐਮਾਜ਼ਨ ਦੇ ਉੱਤੇ ਲਾਈ ਕਰਦਾ ਹੈ। ਸਾਡਾ ਐਮਾਜ਼ਨ ਦੀ ਜਿਹੜੀ ਮੈਚਿੰਗ ਹੈਗੀ ਹੈ ਉਹ ਸਹੀ ਨਹੀਂ ਹੈ, ਜਦਕਿ ਕੋਂਗੋ ਤੇ ਕਿਨਸ਼ਾਸਾ ਜਿਹੜਾ ਹੈਗਾ ਹੈ ਇਟ ਇਜ਼ ਐਬਸੋਲੂਟਲੀ ਰਾਈਟ।
ठीक है। सो इट्स अ वेरी फैक्चुअल क्वेश्चन। ਇਹ ਫੈਕਚੁਅਲ ਕੁਐਸਚਨ ਆਪਾਂ ਕਵਰ ਕਰਾਂਗੇ ਜਦੋਂ ਆਪਾਂ ਡਿਟੇਲ ਚ ਦੇਖਾਂਗੇ ਕਿ ਦੁਨੀਆ ਦੀਆਂ ਕਿਹੜੀਆਂ ਮੇਜਰ ਰਿਵਰਸ ਕਿਹੜੇ-ਕਿਹੜੇ ਇੰਪੋਰਟੈਂਟ ਸ਼ਹਿਰਾਂ ਤੋਂ ਗੁਜ਼ਰਦੀਆਂ ਨੇ। ਇਹ ਬਹੁਤ ਕਾਮਨਲੀ ਪੀਸੀਐਸ ਦੇ ਵਿੱਚ ਪੁੱਛ ਲੈਂਦੇ ਨੇ, ਠੀਕ ਹੈ। ਚਲੋ नेक्स्ट क्वेश्चन देखते हैं। कहते हैं थ्रू विच स्टेट्स डज दी हजीरा विजयपुर जगदीशपुर पाइपलाइन नॉट पास। तो इत्थे एक पाइपलाइन है। ਜਦੋਂ ਵੀ ਆਪਾਂ એનર્ਜੀ ਡਿਸਟ੍ਰੀਬਿਊਸ਼ਨ એનર્ਜੀ ਰਿਸੋਰਸਿਸ ਬਾਰੇ ਪੜ੍ਹਦੇ ਹਾਂ ਤਾਂ ਆਪਾਂ ਇੰਡੀਆ ਦੀ ਪਾਈਪਲਾਈਨਸ ਬਾਰੇ ਪੜ੍ਹਦੇ ਹਾਂ। ਉਹਨਾਂ ਵਿੱਚੋਂ ਇੱਕ ਬਹੁਤ ਇੰਪੋਰਟੈਂਟ ਪਾਈਪਲਾਈਨ ਹੈ ਜਿਹਨੂੰ ਆਪਾਂ ਸ਼ਾਰਟ ਵਿੱਚ ਕਹਿ ਦਿੰਦੇ ਹਾਂ HVJ ਪਾਈਪਲਾਈਨ। ਕੀ ਕਹਿ ਦਿੰਦੇ ਹਾਂ HVJ ਪਾਈਪਲਾइन। H इज फॉर हजीरा विजयपुर जगदीशपुर पाइपलाइन। ये गेल ने डेवलप की है। ਇਹਦਾ ਜਿਹੜਾ रूट है ना ਇਹ गुजरात तो शुरू ਹੁੰਦਾ ਹੈ। गुजरात ਦੇ ਹਜ਼ੀਰਾ ਤੋਂ ਇਹ शुरू ਹੁੰਦਾ ਹੈ। ਦੈਨ ਇਹ ਜਾਂਦਾ ਹੈ MP ਦੇ ਵਿਜੇਪੁਰ ਐਂਡ MP ਦੇ ਵਿਜੇਪੁਰ ਤੋਂ ਬਾਅਦ ਇਹ ਜਾਂਦਾ ਹੈ UP ਦੇ ਜਗਦੀਸ਼ਪੁਰ ਦੇ ਵਿੱਚ। ਤੇ ਇਹ ਜੋ ਹੋਰ ਲਾਈਨਸ ਤੁਹਾਨੂੰ ਦਿਖ ਰਹੀਆਂ ਨੇ ਉਹ ਇਹਦੀਆਂ ਐਕਸਟੈਂਸ਼ਨ ਦੀਆਂ ਲਾਈਨਸ ਨੇ ਜੋ ਹੋਰ ਐਕਸਟੈਂਡ ਕੀਤਾ ਜਾਂਦਾ ਹੈ। ਬਟ ਜਿਹੜਾ ਮੇਨ ਰੂਟ ਹੈਗਾ ਹੈ ਦੈਟ ਇਜ਼ ਹਜ਼ੀਰਾ ਵਿਜੇਪੁਰ ਐਂਡ ਜਗਦੀਸ਼ਪੁਰ। ਦਿਸ ਇਜ਼ ਦ ਮੇਨ ਰੂਟ। ਔਰ ਤੁਸੀਂ ਦੇਖੋ ਕਿਹੜੀ ਕਿਹੜੀ ਸਟੇਟਸ ਹੈ, गुजरात है, MP है, UP है। एंड ऑप्शन ਦਿੱਤਾ ਹੋਇਆ ਬਿਹਾਰ। ਬਿਹਾਰ ਤੱਕ ਨਾ ਤਾਂ ਇਹ ਪਾਈਪਲਾਈਨ ਖੁਦ ਜਾਂਦੀ ਹੈ ਨਾ ਇਹਦੀ ਕੋਈ ਐਕਸਟੈਂਸ਼ਨ ਜਾ ਰਹੀ ਹੈ। ਇਸ ਕਰਕੇ ਇਸ ਪਾਰਟਿਕੂਲਰ ਕੁਐਸਚਨ ਦੇ ਵਿੱਚ ਬਿਹਾਰ ਵੁੱਡ ਬੀ ਰੋਂਗ ਆਨਸਰ। ਤਾਂ ਮਤਲਬ ਆਪਾਂ ਹੁਣ ਇਸ ਤੋਂ ਬਾਅਦ ਜਦੋਂ ਵੀ ਪਾਈਪਲਾਈਨਸ ਬਾਰੇ ਪੜ੍ਹਨਾ ਹੈ ਉਹ ਕਿੱਥੋਂ ਪਾਸ ਕਰਦੀ ਹੈ, ਕਿਹੜੀ ਸਟੇਟ ਚੋਂ ਪਾਸ ਕਰਦੀ ਹੈ, ओरिजिनल रूट ਕਿਹੜਾ ਹੈ ਇਹ ਆਪਾਂ ਜ਼ਰੂਰ ਦੇਖਾਂਗੇ। ਇਹਨੂੰ ਮਿਸ ਨਹੀਂ ਕਰਨਾ। ਪਾਈਪਲਾਈਨਸ ਬਹੁਤ ਜ਼ਰੂਰੀ ਹੁੰਦੀਆਂ ਨੇ ਕਿਉਂਕਿ ਜਦੋਂ ਤੁਸੀਂ ट्रांसपोर्टेशन करनी है तो ਉਹਦੇ ਵਾਸਤੇ सेफ है, इकोनॉमिकल है ਤੇ ਕੰਟੀਨਿਊਅਸ ਇਹਦੇ ਵਿੱਚ ਕੀ ਹੁੰਦੀ ਹੈ ट्रांसपोर्टेशन हो जाती है। ਨੈਚੁਰਲ ਗੈਸ ਦੀ ट्रांसमिशन ਵਾਸਤੇ ਪਾਈਪਲਾਈਨ ਇੱਕ ਬਹੁਤ इंपॉर्टेंट रोल प्ले करती है। चलो जी ਅੱਜ ਦਾ लास्ट क्वेश्चन देख लेते हैं which says that which Indian state officially reported itself as carbon negative। now ਇਹ ਜਿਹੜਾ क्वेश्चन है ਇਹ क्लाइमेट चेंज और सस्टेनेबल डेवलपमेंट परस्पेक्टिव तो इंपॉर्टेंट है। कह रहे हैं केडी स्टेट कार्बन नेगेटिव है। पहला समझते हैं कार्बन न्यूट्रल की हुंदा है। नेगेटिव फिर देखांगे, पहला न्यूट्रल समझते हैं। न्यूट्रल स्टेट वो हुंदी है जिदा जिन्ना वो एमिशन कर रही है ते जिन्ना एब्जॉर्प्शन हो रहा है। ठीक है, आप फॉसिल फ्यूल्स बर्न करते हैं, ऑटोमोबाइल चलाते हैं, गड्डियां चलाते हैं, ਕੀ ਹੁੰਦਾ ਹੈ ਪੋਲਿਊਸ਼ਨ ਆਪਾਂ ਕਰਦੇ ਹਾਂ। ਉਸ ਪੋਲਿਊਸ਼ਨ ਦੇ ਵਿੱਚ ਆਪਾਂ ਕਾਰਬਨ ਡਾਈਆਕਸਾਈਡ ਰਿਲੀਜ਼ ਕਰਦੇ ਹਾਂ। ਠੀਕ ਹੈ, ਕਿੰਨੀ ਐਮਿਸ਼ਨ ਹੋ ਰਹੀ ਹੈ। ਤੇ ਦੂਜੇ ਪਾਸੇ ਸਿੰਪਲ ਐਗਜ਼ਾਮਪਲ ਨੇ ਸਾਡੇ ਪਲਾਂਟਸ, ਗ੍ਰੀਨਰੀ, ਗ੍ਰੀਨ ਫੀਲਡ। ਪਲਾਂਟਸ ਕਾਰਬਨ ਡਾਈਆਕਸਾਈਡ ਨੂੰ ਐਬਜ਼ੌਰਬ ਕਰਦੇ ਆ। ਹੁਣ ਜੇ ਤਾਂ ਸਾਡੀ ਐਮਿਸ਼ਨ ਤੇ ਐਬਜ਼ੌਰਪਸ਼ਨ ਬਰਾਬਰ ਹੈ ਉਹਨੂੰ ਆਪਾਂ ਕਹਿੰਦੇ ਹਾਂ ਕਾਰਬਨ ਨਿਊਟਰਲ। ਲੇਕਿਨ ਜੇ ਸਾਡੀ ਐਬਜ਼ੌਰਪਸ਼ਨ ਜ਼ਿਆਦਾ ਹੈ ਤੇ ਐਮਿਸ਼ਨ ਘੱਟ ਹੈ ਤਾਂ ਉਹਨੂੰ ਕਿਹਾ ਜਾਂਦਾ ਹੈ ਕਾਰਬਨ ਨੈਗੇਟਿਵ। ਉਹਨੂੰ ਕੀ ਕਹਿੰਦੇ ਆ ਕਾਰਬਨ ਨੈਗੇਟਿਵ। ਤੇ ਜਦੋਂ ਆਪਾਂ ਸੋਚੀਏ ਕਿ ਅਸੀਂ ਕਾਰਬਨ ਨੈਗੇਟਿਵ ਸਟੇਟ ਬਣਨਾ ਤਾਂ ਬਹੁਤ ਵਧੀਆ ਗੱਲ ਹੈ ਕਿ ਮਤਲਬ ਉਹ ਸਟੇਟ ਦੇ ਵਿੱਚ ਪੋਲਿਊਸ਼ਨ ਹੈ ਹੀ ਨਹੀਂ, ਐਬਜ਼ੌਰਪਸ਼ਨ ਜ਼ਿਆਦਾ ਹੋ ਰਹੀ ਹੈ, ਐਮਿਸ਼ਨ ਘੱਟ ਹੈ। ਇਹ ਜੀ ਸਟੇਟ ਨੂੰ ਕਿਹਾ ਜਾਂਦਾ ਹੈ ਕਾਰਬਨ ਨੈਗੇਟਿਵ ਸਟੇਟ। ਇਹਦਾ ਉਲਟਾ ਕੀ ਹੋਊਗਾ ਕਾਰਬਨ ਪੋਜ਼ਿਟਿਵ। ਕਾਰਬਨ ਪੋਜ਼ਿਟਿਵ ਮਤਲਬ ਐਮਿਸ਼ਨ ਜ਼ਿਆਦਾ ਹੋ ਰਹੀ ਹੈ ਕਾਰਬਨ ਡਾਈਆਕਸਾਈਡ ਦੀ ਤੇ ਕਾਰਬਨ ਡਾਈਆਕਸਾਈਡ ਦੀ ਐਬਜ਼ੌਰਪਸ਼ਨ ਘੱਟ ਜੇ ਹੋਵੇ ਤਾਂ ਉਹ ਸਟੇਟਸ ਜੋ ਕਿ ਮੈਜੋਰਿਟੀ ਆਫ ਸਟੇਟਸ ਨੇ ਉਹਨੂੰ ਆਪਾਂ ਕੀ ਕਹਿੰਦੇ ਆ ਕਾਰਬਨ ਪੋਜ਼ਿਟਿਵ। ਠੀਕ ਹੈ ਜੀ। ਚਲੋ ਹੁਣ ਸਾਨੂੰ ਇਹ ਸਮਝ ਆ ਗਿਆ ਕਿ ਕਾਰਬਨ ਨੈਗੇਟਿਵ ਸਟੇਟ ਬਾਰੇ ਸਾਨੂੰ ਪੁੱਛਿਆ ਗਿਆ। ਹੁਣ ਇਹਦਾ ਆਨਸਰ ਜਦੋਂ ਤੁਸੀਂ ਆਪਸ਼ਨਸ ਦੇਖਦੇ ਹੋ ਪਹਿਲਾ ਹੈਗਾ ਹੈ ਆਸਾਮ, ਤਾਮਿਲਨਾਡੂ, ਮਹਾਰਾਸ਼ਟਰ ਐਂਡ ਸਿੱਕਿਮ। ਇਹਦਾ ਸਹੀ ਆਨਸਰ ਹੈਗਾ ਹੈ ਸਿੱਕਿਮ। ਸਿੱਕਿਮ ਇਜ਼ ਕਾਰਬਨ ਨੈਗੇਟਿਵ ਸਟੇਟ। ਕਿਉਂ? ਸਿੱਕਿਮ ਦੇ ਵਿੱਚ ਬਹੁਤ ਜ਼ਿਆਦਾ ਫੋਰੈਸਟ ਕਵਰ ਹੈ, ਉੱਥੇ ਦੀ ਫੋਰੈਸਟ ਪਰਸੈਂਟੇਜ ਬਹੁਤ ਹਾਈ ਹੈ। ਦੂਸਰਾ, ਸਿੱਕਿਮ ਇੰਡੀਆ ਦਾ ਪਹਿਲਾ ਆਰਗੈਨਿਕ ਸਟੇਟ ਹੈ, ਫੁੱਲੀ ਆਰਗੈਨਿਕ ਸਟੇਟ ਹੈ। ਸਿੱਕਿਮ ਦੇ ਵਿੱਚ ਉਨੀ ਇੰਡਸਟਰੀਜ਼ ਵੀ ਨਹੀਂ ਹੈਗੀਆਂ, ਇਸ ਕਰਕੇ ਐਮਿਸ਼ਨਸ ਵੀ ਘੱਟ ਹੁੰਦੀ ਹੈ। ਇਸ ਕਰਕੇ ਸਿੱਕਿਮ ਇੱਕ ਇਹੋ ਜਿਹੀ ਸਟੇਟ ਹੈ ਜੋ ਕਿ ਪਹਿਲੀ ਆਰਗੈਨਿਕ ਸਟੇਟ ਹੈ, ਕਾਰਬਨ ਨੈਗੇਟਿਵ ਸਟੇਟ ਵੀ ਹੈ। ਠੀਕ ਹੈ ਜੀ। ਤਾਂ ਇਹਦਾ ਸਹੀ ਆਨਸਰ ਕੀ ਹੋਏਗਾ ਸਿੱਕਿਮ। ਅੱਛਾ, ਜੇ ਤੁਹਾਨੂੰ ਪੁੱਛ ਲਿਆ ਜਾਵੇ ਕਿ ਕਾਰਬਨ ਨੈਗੇਟਿਵ ਕੰਟਰੀ ਕਿਹੜਾ ਹੈ ਤਾਂ ਉਹ ਕੰਟਰੀ ਵੀ ਬਿਲਕੁਲ ਸਿੱਕਿਮ ਦੇ ਕੋਲ ਹੈ।
दैट कार्बन नेगेटिव कंट्री इज भूटान। ठीक है, जे इस वारी तो कार्बन नेगेटिव स्टेट पूछे, जे कार्बन नेगेटिव कंट्री पूछ लेंदे तो वो कंट्री भी सिक्किम के कोल ही है जिहदा नाम की है भूटान। फाइन एवरीवन, तो आप देखो ये सारे क्वेश्चंस दे विच मिनरल्स बारे क्वेश्चन पूछा गया, इंडस्ट्रीज बारे क्वेश्चन पूछा गया, एनर्जी जोग्राफी तो क्वेश्चन आया है, वर्ल्ड के रीजनस बारे क्वेश्चन पूछा गया। ठीक है, सो दीज आर फैक्चुअल एरियाज ऑफ जोग्राफी। पहले पेपर च आपां कंसैप्चुअल देखिया, 2019 के पेपर दे विच इकोनॉमिक जोग्राफी पूछ के बहुत ही फैक्चुअल कोर जोग्राफी के क्वेश्चंस पूछे गए सीगे। सो आपां दोनों नूं ही इक्वली तैयार करना है। फाइन एवरीवन, ठीक है, सो दैट इज ऑल फ्रॉम माय साइड। अज आपां 2019 दे जोग्राफी दे क्वेश्चंस नूं कवर कर लिया। अगली वीडियो विच मिलांगे ते उस वीडियो दे विच आपां देखांगे कि इस तो एक होर पेपर है साडे कोल। ठीक है, ओदे विच किहड़े-किहड़े क्वेश्चंस आए हैं। इसी तरीके नाल सब्जेक्ट वाइज सब्जेक्ट आपां अपने PYQs दा एनालिसिस कर लेना है एंड विल हैव द विजन कि एग्जामिनर किदां दे क्वेश्चन पुछ रहा है, किदां दे जाल बिछाउंदा है सानू फसाउण वास्ते, ते आपां किहड़ियां चीज़ां दा ध्यान रखना है बिफोर अटेम्प्टिंग योर दिस एग्जाम। फाइन एवरीवन, सो दैट्स ऑल फ्रॉम माय साइड। मेरे लिए अज दे लिए सिर्फ इन्ना ही। मिलते हैं अपनी नेक्स्ट वीडियो दे विच। थैंक यू सो मच फॉर वॉचिंग। तो जेकर तुसी पिछले वीडियोज़ नहीं देखियां, आपां लास्ट 2 वीडियोज़ रिलीज कर चुके हैं जिहदे विच 2024 ते 2014 का क्वेश्चन पेपर डिस्कस हो चुके हैं। उन्होंने देखना ना भुल्लिओ। थैंक यू सो मच। मिलते हैं नेक्स्ट वन दे विच। थैंक यू।